ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਇੱਕ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ, ਇੱਕ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਦੇ ਲਈ। BC ਦੇ ਵਿੱਚ ਇਲੈਕਸ਼ਨ ਇਸ ਵੇਲੇ ਆਪਣੇ ਪੂਰੇ ਜੋਸ਼ ਦੇ ਉੱਤੇ ਆ। 24 ਤਰੀਕ ਨੂੰ ਇਲੈਕਸ਼ਨ ਹੋਣੀ ਆ। ਐਡਵਾਂਸ ਪੋਲਿੰਗ ਪਹਿਲਾਂ ਸ਼ੁਰੂ ਹੋ ਜਾਣੀ ਆ। ਮੇਲ ਇਨ ਬੈਲਟ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਵਾਰ ਹੋਣ ਦੀ ਆਸ ਆ, ਕਈ ਗੁਣਾ ਪਹਿਲੇ ਸਾਲਾਂ ਦੇ ਨਾਲੋਂ ਕੋਵਿਡ-19 ਕਰਕੇ। BC ਦੇ ਵਿੱਚ ਸਰੀ ਦੇ ਕੁਛ ਇਲਾਕੇ ਜਿਹੜੇ ਆ ਉਹ ਇਹੋ ਜਿਹੀਆਂ ਰਾਈਡਿੰਗਸ ਹੁੰਦੀਆਂ ਜਿਹੜੀਆਂ ਕਈ ਵਾਰੀ ਪੂਰੇ ਪ੍ਰੋਵਿੰਸ ਬਾਰੇ ਦੱਸਦੀਆਂ ਕਿ ਉੱਥੇ ਜਿਹੜਾ ਨਤੀਜਾ ਆਉਂਦਾ ਉਹ ਕਈ ਵਾਰੀ ਪੂਰੇ ਪ੍ਰੋਵਿੰਸ ਦਾ ਨਤੀਜਾ ਵੀ ਹੁੰਦਾ ਅਤੇ ਕਿਹਦੀ ਸਰਕਾਰ ਬਣਨੀ ਆ ਉਹਨਾਂ ਕੁਛ ਕੀ ਰਾਈਡਿੰਗਸ ਦੇ ਉੱਤੇ ਇਹ ਗੱਲ ਤੈਅ ਹੁੰਦੀ ਆ। ਸਰੀ ਪੈਨੋਰਾਮਾ ਇੱਕ ਇਹੋ ਜਿਹੀ ਰਾਈਡਿੰਗ ਆ ਜਿਹਦੇ ਵਿੱਚ ਇਹ ਗੱਲ ਮੰਨੀ ਜਾਂਦੀ ਆ ਔਰ ਹਮੇਸ਼ਾ ਹੀ ਇਹ ਚਰਚਾ ਦਾ ਵਿਸ਼ਾ ਵੀ ਰਹਿੰਦੀ ਆ। ਲਿਬਰਲ ਦੀ ਆਮ ਤੌਰ ਦੇ ਉੱਤੇ ਇਹ ਮੰਨੀ ਜਾਂਦੀ ਹੈ ਸੀਟ, ਇੱਥੇ ਲੰਬਾ ਸਮਾਂ ਉਹਨਾਂ ਦਾ ਜਿਹੜਾ ਵੋਟਾਂ ਉਹਨਾਂ ਦੀਆਂ ਕਾਫੀ ਹੈਗੀਆਂ। ਪਰ ਪਿਛਲੀ ਵਾਰੀ NDP ਦੀ ਆਗੂ ਜਿਨੀ ਸਿਮਜ਼ ਜਿਹੜੇ ਕਿ ਇਸ ਵੇਲੇ MLA ਨੇ, ਉਹ ਇੱਥੋਂ ਜਿਹੜੀ 12,200 ਵੋਟ ਲੈ ਗਏ ਸੀ। ਲਿਬਰਲ ਪਾਰਟੀ ਦੀ ਪੁਨੀਤ ਸੰਧਰ ਹੋਣਾ ਨੂੰ 10,000 ਕੁਛ ਵੋਟਾਂ ਪਈਆਂ ਸੀ। 1,600 ਵੋਟ ਗ੍ਰੀਨ ਪਾਰਟੀ ਵੀ ਲੈ ਗਈ ਸੀ। ਇਸ ਵਾਰੀ ਗ੍ਰੀਨ ਪਾਰਟੀ ਇਸ ਹਲਕੇ ਦੇ ਵਿੱਚ ਖੜੀ ਨਹੀਂ ਆ। ਸਰੀ ਪੈਨੋਰਾਮਾ ਰਾਈਡਿੰਗ ਦੇ ਵਿੱਚ ਸਿੱਧਾ ਮੁਕਾਬਲਾ NDP ਉਮੀਦਵਾਰ ਜਿਨੀ ਸਿਮਜ਼ ਅਤੇ BC ਲਿਬਰਲ ਦੇ ਉਮੀਦਵਾਰ ਡਾਕਟਰ ਗੁਲਜ਼ਾਰ ਚੀਮਾ ਦੇ ਵਿਚਕਾਰ ਆ। ਡਾਕਟਰ ਗੁਲਜ਼ਾਰ ਚੀਮਾ ਦਾ ਨਾਂ ਕਾਫੀ ਚਰਚਾ ਦੇ ਵਿੱਚ ਆ, ਵਾਰ-ਵਾਰ ਸਾਹਮਣੇ ਆ ਰਿਹਾ। ਪੁਰਾਣੇ ਸਿਆਸਤਦਾਨ ਨੇ, ਕੈਨੇਡਾ ਦੇ ਵਿੱਚ ਪਹਿਲੇ ਪੰਜਾਬੀ MLA ਹੋਣ ਦਾ ਮਾਣ ਉਹਨਾਂ ਨੂੰ ਪ੍ਰਾਪਤ ਆ। ਵਿਨੀਪੈਗ ਦੇ ਵਿੱਚ MLA ਸੀ। ਕੈਨੇਡਾ ਦੇ ਸਿਹਤ ਮੰਤਰੀ ਵੀ ਉਹ, BC ਦੇ ਸਿਹਤ ਮੰਤਰੀ ਵੀ ਉਹ ਰਹੇ ਆ। ਹੁਣ ਦੁਬਾਰਾ ਚੋਣ ਲੜ ਰਹੇ ਨੇ। BC ਵਿਜ਼ਨ ਪਾਰਟੀ ਦੀ ਸੋਫੀ ਸ਼੍ਰੇਸਥਾ ਇੱਕ ਤੀਜੀ ਉਮੀਦਵਾਰ ਆ। ਗ੍ਰੀਨ ਪਾਰਟੀ ਦਾ ਕੋਈ ਵੀ ਇੱਥੇ ਉਮੀਦਵਾਰ ਨਹੀਂ ਹੈ। ਅੱਜ ਅਸੀਂ ਡਾਕਟਰ ਗੁਲਜ਼ਾਰ ਚੀਮਾ ਹੋਣਾ ਦੇ ਨਾਲ ਖਾਸ ਗੱਲਬਾਤ ਕਰਨੀ ਆ। ਉਹਨਾਂ ਕੋਲੋਂ ਅਸੀਂ ਕੁਛ ਗੱਲਾਂ ਪੁੱਛਦੇ ਹਾਂ, ਕੀ ਇਸ ਵੇਲੇ ਕਾਰਨ ਆ, 3 ਸਾਲ NDP ਨੇ ਕੀ ਨਹੀਂ ਕੀਤਾ ਜਿਹੜਾ ਉਹ ਕਰਨਾ ਚਾਹੁੰਦੇ ਆ, ਅਤੇ ਕੀ ਮੁੱਖ ਤੌਰ ਦੇ ਉੱਤੇ ਉਹਨਾਂ ਦਾ ਵਿਜ਼ਨ ਆ, ਕੀ ਉਹ ਕਰਨਗੇ, ਕੀ ਉਹਨਾਂ ਦੇ ਦਿਮਾਗ ਦੇ ਵਿੱਚ ਪਲਾਨ ਆ, ਔਰ ਹੋਰ ਜਿਹੜੀ ਕੋਈ ਵੀ ਜਾਣਕਾਰੀ ਇਸ ਵੇਲੇ ਅਸੀਂ ਇਹਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਕੇ ਲਵਾਂਗੇ। ਡਾਕਟਰ ਗੁਲਜ਼ਾਰ ਚੀਮਾ ਸਾਡੇ ਲਈ ਕੋਈ ਨਵੇਂ ਨਹੀਂ ਆ। ਅਸੀਂ ਹਮੇਸ਼ਾ ਉਹਨਾਂ ਨੂੰ ਚੈਨਲ ਪੰਜਾਬੀ ਦੇ ਉੱਤੇ ਹੈਲਥ ਸੰਬੰਧੀ ਬਹੁਤ ਸ਼ੋਅ ਉਹਨਾਂ ਦੇ ਨਾਲ ਇੱਥੇ ਕਾਫੀ ਕੀਤੇ ਆ, ਪਰ ਅੱਜ ਅਸੀਂ ਇੱਕ ਸਿਆਸਤਦਾਨ ਵਜੋਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ। ਮੈਂ ਸਮਝਦਾ ਕਿ ਜਸਕਰਨ ਇਸ ਤੁਹਾਡੇ ਸਟੂਡੀਓ ਵਿੱਚ ਮੈਂ ਬਹੁਤ ਵਾਰੀ ਆਇਆ ਜੀ, ਅਤੇ ਹਰ ਵਾਰੀ ਜਿਹੜਾ ਹੁੰਦਾ ਸੀ ਨਾ, ਆਪਾਂ ਹੈਲਥ ਦੇ ਪ੍ਰੋਗਰਾਮ ਕੀਤੇ ਨੇ, ਆਪਾਂ ਕੋਵਿਡ-19 ਦੇ ਵਿੱਚ ਕਿੰਨਾ ਟਾਈਮ ਸਪੈਂਡ ਕੀਤਾ ਹੈ ਇਸ ਸਟੂਡੀਓ ਦੇ ਵਿੱਚ, ਗੱਲਬਾਤ ਕੀਤੀ, ਲੋਕਾਂ ਨੂੰ ਤੁਹਾਡੇ ਥਰੂ ਮਿਲਦੇ ਹਾਂ। ਪਰ ਅੱਜ ਜਿਹੜਾ ਨਾ ਇੱਕ ਨਵਾਂ ਚੈਪਟਰ ਹੈ, ਅਤੇ ਉਹ ਫਿਰ ਮੈਂ ਅੱਜ ਸਿਆਸਤ ਦੀ ਮੈਂ ਗੱਲ ਕਰਾਂਗਾ ਕਿ ਪਹਿਲੀ ਗੱਲ ਤਾਂ ਵੀ ਇਲੈਕਸ਼ਨ ਕਿਉਂ ਹੋਈ ਇੱਥੇ। ਜਿਹੜਾ ਕਿ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਮੈਂ 2001 ਦੇ ਵਿੱਚ ਵੀ ਸੀ MLA। ਉਸ ਟਾਈਮ ਦੇ ਵਿੱਚ ਸਾਡੀ ਸਰਕਾਰ ਨੇ ਆ ਕੇ ਇੱਕ ਲਾਅ ਪਾਸ ਕੀਤਾ ਸੀ ਕਿ ਹਰ 4 ਸਾਲ ਬਾਅਦ ਇਲੈਕਸ਼ਨ ਹੋਏਗੀ, ਉਸ ਤੋਂ ਪਹਿਲਾਂ ਨਹੀਂ, ਕਿਉਂਕਿ ਕੋਈ ਪਾਰਟੀ ਨੂੰ ਵੀ ਐਡਵਾਂਟੇਜ ਨਹੀਂ ਹੋਣਾ ਚਾਹੀਦਾ ਜੀ। ਸੋ ਉਹ 4 ਸਾਲ ਦੇ ਵਿੱਚ ਇਲੈਕਸ਼ਨਾਂ ਚੱਲਦੀਆਂ ਰਹੀਆਂ ਬੜੇ ਸਾਲ। ਪਿਛਲੀ ਵਾਰੀ ਜਦੋਂ ਇਹ ਗੱਲ ਹੋਈ ਕਿ ਅੱਜ ਜਿਹੜੀ ਸੀ ਨਾ ਸਾਡੇ ਵਾਲੀ ਰਾਈਡਿੰਗ ਜਿੱਥੇ ਮੈਂ ਖੜਾ ਹੁਣ, ਇਹ ਰਾਈਡਿੰਗ ਫਲਿੱਪ ਕਰ ਗਈ ਅਤੇ ਕਈਆਂ ਕਾਰਨਾਂ ਕਰਕੇ ਇਹ ਦੂਸਰੇ ਪਾਸੇ ਚਲੀ ਗਈ। ਪਰ ਫਿਰ ਵੀ ਸੀਟਾਂ ਪਾਰਟੀ ਦੀਆਂ ਸੀ ਜ਼ਿਆਦਾ, 42 ਸੀਟਾਂ ਸੀ, ਅਤੇ ਦੂਜੀ ਪਾਰਟੀ ਦੀਆਂ 41। ਉਹਨਾਂ ਨੇ NDP ਨਾਲ ਗ੍ਰੀਨ ਨਾਲ ਮਿਲ ਕੇ ਆਪਣੀ ਸਰਕਾਰ ਬਣਾ ਲਈ। ਸਮਝੌਤਾ ਕੀਤਾ ਲਿਖਤੀ ਰੂਪ ਦੇ ਵਿੱਚ ਸਮਝੌਤਾ ਕੀਤਾ, ਇੱਕ ਕਿਸਮ ਦਾ ਡੀਲ ਬਣਾਈ ਕਿ ਅਸੀਂ ਤੁਹਾਡੀ ਕਰਾਂਗੇ ਸਪੋਰਟ। ਗ੍ਰੀਨ ਪਾਰਟੀ ਨੇ ਕਿਹਾ NDP ਨੂੰ ਕਿ ਤੁਸੀਂ ਸਰਕਾਰ ਬਣਾਓ ਅਤੇ ਤੁਸੀਂ ਸਰਕਾਰ ਚਲਾਓ, ਅਤੇ ਅਗਲੇ 4 ਸਾਲ ਦੇ ਬਾਅਦ ਫਿਰ ਆਪਾਂ ਗੱਲ ਕਰਾਂਗੇ। ਸੋ ਚੱਲਦੀ ਰਹੀ ਸਰਕਾਰ। ਸਾਡੀ ਪਾਰਟੀ ਨੇ ਆਪਣਾ ਕੰਮ ਕੀਤਾ। ਪਿਛਲੇ 9 ਮਹੀਨਿਆਂ ਵਿੱਚ ਕੋਵਿਡ ਦੇ ਟਾਈਮ ਦੇ ਵਿੱਚ ਇਹ ਹੋਇਆ ਕਿ ਡਿਸਕਸ਼ਨ ਚੱਲਦੀ ਰਹੀ। ਕੋਵਿਡ ਦੇ ਟਾਈਮ ਸਾਰੇ ਲੋਕ ਬਿਜ਼ੀ ਹੋ ਗਏ, ਸਾਡਾ ਫੋਕਸ ਸੀ ਸਾਰਿਆਂ ਦਾ ਹੈਲਥ 'ਤੇ। ਸੋ ਉਸ ਟਾਈਮ ਦੇ ਵਿੱਚ 7 ਤੋਂ ਕੋਈ 9 ਮਹੀਨਿਆਂ ਦੇ ਵਿੱਚ ਜਿਹੜਾ ਸਾਡੇ ਲੀਡਰ ਨੇ ਕਿਹਾ ਵੀ ਇਹ ਮੁਸ਼ਕਲ ਟਾਈਮ ਹੈ, ਬੜਾ ਔਖਾ ਸਮਾਂ, ਆਪਾਂ ਇਹਦੇ ਵਿੱਚੋਂ ਪੋਲੀਟਿਕਸ ਨਹੀਂ ਕਰਨੀ, ਅਤੇ ਸਾਡੀ ਲੜਾਈ ਹੈਗੀ ਵਾਇਰਸ ਨਾਲ, ਪੋਲੀਟੀਕਲ ਕੋਈ ਫਾਈਟ ਨਹੀਂ ਹੈਗੀ। ਸੋ ਤਿੰਨਾਂ ਪਾਰਟੀਆਂ ਨੇ ਤਕਰੀਬਨ ਕੋਆਪਰੇਟ ਕੀਤਾ, ਅਤੇ ਉਸ ਕੋਆਪਰੇਸ਼ਨ ਦੇ ਜਿਹੜਾ ਨਾ ਝੰਡੇ ਥੱਲੇ ਉਹ ਜਿਹੜੇ ਇੱਥੋਂ ਦੇ ਮੈਡੀਕਲ ਆਫਿਸਰ ਨੇ, ਉਹਨਾਂ ਦੇ ਨਾਲ ਇੱਕ ਸੱਜੇ ਪਾਸੇ ਖੜਾ ਹੁੰਦਾ ਸੀ ਮਿਨਿਸਟਰ, ਅਤੇ ਦੂਜੇ ਬੰਨੇ ਪ੍ਰੀਮੀਅਰ ਨੇ ਖੜੇ ਹੋ ਜਾਣਾ। ਉਹ ਸਾਰਾ ਜਿਹੜਾ ਫਾਇਦਾ ਜਿਹੜਾ ਨਾ ਚੰਗੇ ਕੰਮ ਦਾ, ਉਹ ਉਹਨਾਂ ਦੇ ਨੰਬਰ ਵੱਧ ਗਏ। ਉਹਨਾਂ ਨੂੰ ਲੱਗ ਗਿਆ ਭੁਲੇਖਾ ਕਿ ਜਿਹੜਾ ਅਸੀਂ ਕੰਮ ਕਰਨੇ ਪਏ ਹਾਂ ਸ਼ਾਇਦ ਲੋਕ ਸਾਨੂੰ ਵੋਟਾਂ ਪਾ ਦੇਣ। ਆਪਣੇ ਆਪ ਉਹਨਾਂ ਨੇ
ਗ੍ਰੀਨ ਪਾਰਟੀ ਨਾਲ ਸਮਝੌਤਾ ਤੋੜਿਆ। ਐਕਚੁਅਲੀ ਗ੍ਰੀਨ ਪਾਰਟੀ ਦਾ ਜਿਹੜਾ ਲੀਡਰ ਬਣਿਆ ਜਿਸ ਦਿਨ, ਉਸ ਤੋਂ ਇੱਕ ਦਿਨ ਪਹਿਲਾਂ, ਇਲੈਕਸ਼ਨ ਤੋਂ 2 ਦਿਨ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਮਿਲ ਕੇ ਕਿਹਾ ਵੀ ਤੁਸੀਂ ਸਰਕਾਰ ਉਸ ਤਰ੍ਹਾਂ ਹੀ ਚਲਾਓ ਜਿਹੜਾ ਸਾਡਾ ਪਹਿਲਾ ਸੀ ਸਮਝੌਤਾ। ਇਹਨਾਂ ਨੇ ਸਮਝੌਤਾ ਆਪਣੇ ਆਪ ਤੋੜਿਆ, ਆਪਣੇ ਆਪ ਇਹਨਾਂ ਨੇ ਲਾਅ ਬ੍ਰੇਕ ਕੀਤਾ। ਜਿਹੜਾ ਸਟੈਚੂਟਰੀ ਜਿਹੜੀਆਂ ਰੈਗੂਲੇਸ਼ਨਸ ਨੇ ਕਿ ਜਿਹੜਾ ਇਲੈਕਸ਼ਨ ਜਿਹੜੀ 4 ਸਾਲ ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ, ਉਹ ਇਹਨਾਂ ਨੇ ਕਰਾਈ ਭੁਲੇਖੇ ਦੇ ਵਿੱਚ ਕਿ ਲੋਕਾਂ ਨੇ 28 ਦਿਨਾਂ ਵਿੱਚ ਕੋਵਿਡ 'ਚ ਕਿਸੇ ਕੋਲ ਟਾਈਮ ਨਹੀਂ ਹੋਣਾ, ਲੋਕਾਂ ਨੂੰ ਸੋਚਣ ਦਾ ਟਾਈਮ ਨਹੀਂ ਮਿਲਣਾ। ਪਲੱਸ ਇਹਨਾਂ ਨੇ ਉਸ ਟਾਈਮ ਦੇ ਵਿੱਚ ਕੀਤਾ ਜਦੋਂ ਕਿ ਆਲਰੇਡੀ ਐਮਰਜੈਂਸੀ ਲੱਗੀ ਸੀ। 29 ਸਤੰਬਰ ਤੱਕ ਐਮਰਜੈਂਸੀ ਸੀ, ਉਸ ਤੋਂ ਬਾਅਦ ਬੰਦ ਹੋਈ ਹੈ। ਇਹਦਾ ਮਤਲਬ ਹੈ ਕਿ ਡਿਊਰਿੰਗ ਆ ਜਿਹੜਾ ਕੋਵਿਡ ਟਾਈਮ, ਹੁਣ ਆਪਾਂ ਦੂਰ ਬੈਠੇ ਹਾਂ, ਨਾਰਮਲੀ ਜਦੋਂ ਸਰਕਮਸਟੈਂਸ ਦੇ ਹਿਸਾਬ ਨਾਲ ਆਪਾਂ ਥੋੜ੍ਹੇ ਨੇੜੇ ਬਹਿ ਕੇ ਗੱਲ ਕਰ ਸਕਦੇ ਹਾਂ, ਹੁਣ 2 ਮੀਟਰ 'ਤੇ ਹਾਂ। ਇਸੇ ਤਰੀਕੇ ਨਾਲ ਕੰਮਾਂ ਦੀ ਲੋਕਾਂ ਨੂੰ ਪ੍ਰੋਬਲਮ ਪਈ ਹੈ, ਲੋਕਾਂ ਨੂੰ ਫੈਮਲੀਜ਼ ਦੀ, ਆਪਣੇ ਬੱਚਿਆਂ ਦੀ, ਆਪਣੇ ਸਕੂਲਾਂ ਦੀ, ਅਤੇ ਇਹਨਾਂ ਨੇ ਕਿਹਾ ਵੀ ਫਟਾਫਟ ਲੋਕਾਂ ਦੇ ਨਾਲ ਗੁੰਮਰਾਹ ਕਰਕੇ ਅਤੇ ਵੋਟਾਂ ਪਵਾ ਲਈਏ। ਪਹਿਲਾ ਹਫਤਾ ਇਹਨਾਂ ਨੂੰ ਸਾਰੇ ਮੀਡੀਆ ਨੇ ਭੰਨਿਆ ਵੀ ਤੁਸੀਂ ਆਹ ਕੀ ਕੀਤਾ, ਸਿਆਪਾ ਕੀ ਖੜਾ ਕਰਤਾ। ਨੈਕਸਟ ਵੀਕ ਤੇ ਹੁਣ ਜਿਹੜਾ ਕੰਮ ਹੈ ਉਹ ਤੁਹਾਡੇ ਸਾਹਮਣੇ। ਇਹ ਜਿਹੜੀ ਇਲੈਕਸ਼ਨ ਹੈ, ਇਹਦੇ ਵਿੱਚੋਂ ਮੈਜੋਰਿਟੀ ਜਿਹੜੇ ਪੋਲਸ ਨੇ ਸਾਰੇ ਕਹਿ ਰਹੇ ਨੇ ਵੀ ਇਹਨਾਂ ਨੇ ਗਲਤ ਇਲੈਕਸ਼ਨ ਕਾਲ ਕੀਤੀ, ਲੋਕੀ ਐਕਸੈਪਟ ਨਹੀਂ ਕਰਦੇ। ਹੁਣ ਗੱਲ ਆਉਂਦੀ ਹੈ ਕਿ ਸਰੀ ਪੈਨਾਰਾਮਾ ਦੀ, ਉੱਥੇ ਫਿਰ ਮੇਰੀ ਕੈਂਡੀਡੇਸੀ ਮੈਂ ਕਿਉਂ ਆਇਆ। ਮੈਂ ਹੁਣ 17 ਸਾਲ ਪੋਲੀਟਿਕਸ ਤੋਂ, ਐਕਟਿਵ ਪੋਲੀਟਿਕਸ ਦੀ ਗੱਲ ਨਹੀਂ ਕਰ ਸਕਦਾ, ਮੈਂ ਜਿਹੜੀ ਸੀ ਮੇਰੀ ਆਊਟਸਾਈਡ ਜਿਹੜੀ ਪੋਲੀਟਿਕਸ ਸੀ ਮੈਂ ਹਮੇਸ਼ਾ ਕਰਦਾ ਰਿਹਾ। ਮੈਂ ਪਿੱਛੇ ਬਹਿ ਕੇ ਕੰਮ ਕੀਤਾ ਅਤੇ ਇਨਫੈਕਟ ਮੈਂ ਕਮਿਊਨਿਟੀ ਨਾਲ ਕਨੈਕਟਡ ਰਿਹਾ। ਆਈ ਥਿੰਕ ਵੀ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜਿਹੜਾ ਮੇਰਾ ਸਾਊਥ ਏਸ਼ੀਅਨ ਜਾਂ ਸਰੀ ਪੈਨਾਰਾਮਾ ਜਾਂ ਸਰੀ ਵਿੱਚ ਜਿਹੜਾ ਮੇਰਾ ਕਨੈਕਸ਼ਨ ਹੈ ਲੋਕਾਂ ਨਾਲ ਬਹੁਤ ਪਰਸਨਲ ਹੈ। ਅਤੇ ਇਸ ਟਾਈਮ ਦੇ ਵਿੱਚ ਜਦੋਂ ਇਲੈਕਸ਼ਨ ਦੀ ਗੱਲ ਸੋਚਦੇ ਪਏ ਸੀ ਬੈਕਗਰਾਊਂਡ 'ਤੇ, ਲੀਡਰ ਸਾਡੇ ਨੇ ਮੇਰੇ ਨਾਲ ਗੱਲਬਾਤ ਕੀਤੀ ਬਹਿ ਕੇ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਸਾਡੇ ਨਾਲ। ਮੈਂ ਕਿਹਾ ਵੀ ਸਾਰਾ ਸੋਚ ਸਮਝ ਕੇ ਪਹਿਲਾਂ ਤਾਂ ਮੈਨੂੰ ਆਪਣੇ ਘਰ ਗੱਲ ਕਰਨੀ ਪੈਣੀ ਸੀ ਫੈਮਿਲੀ ਨਾਲ ਬਹਿ ਕੇ। ਉਸ ਤੋਂ ਬਾਅਦ ਫਿਰ ਮੈਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਸਾਡੀਆਂ, ਜਿਹੜਿਆਂ ਲੋਕਾਂ ਨਾਲ ਮੈਂ ਰੋਜ਼ ਕੰਮ ਕਰਨਾ, ਜਾਂ ਜਿਹੜੇ ਪੋਲੀਟੀਕਲ ਸਾਡੇ ਇੱਥੇ ਲੋਕ ਨੇ ਜਿਹੜੇ ਅੱਜ ਕੱਲ੍ਹ ਐਕਟਿਵ ਨੇ ਜਾਂ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਸਪੋਰਟ ਹੈਗੀ ਹੈ, ਅਤੇ ਉਹਨਾਂ ਨਾਲ ਮੈਂ ਡਿਸਕਸ਼ਨ ਕਰਕੇ ਅਤੇ ਕਿਹਾ ਵੀ ਸਰੀ ਦੇ ਵਿੱਚ ਮੈਂ ਖੜਾ ਹੋਵਾਂਗਾ। ਇੱਕ ਸ਼ਰਤ ਇਹ ਸੀ ਵੀ ਨਾਮੀਨੇਸ਼ਨਾਂ ਨਾ ਹੋਣ, ਅਤੇ ਨਾਮੀਨੇਸ਼ਨਾਂ ਵਿੱਚ ਜਿਹੜਾ ਨਾ ਬੜੀ ਆਪੋਜੀਸ਼ਨ ਜੀ ਕ੍ਰੀਏਟ ਹੋ ਜਾਂਦੀ, ਬਾਅਦ ਦੇ ਵਿੱਚ ਆਪਾਂ ਲੋਕ ਇੱਕ ਦੂਸਰੇ ਦੀ ਸਪੋਰਟ ਨਹੀਂ ਕਰਦੇ। ਫਿਰ ਉਸ ਟਾਈਮ ਦੇ ਵਿੱਚ ਜਿਹੜੇ ਕੈਂਡੀਡੇਟ ਸੀ ਸਾਰਿਆਂ ਦੀ ਕੰਸਲਟੇਸ਼ਨ ਦੇ ਨਾਲ ਸਿਲੈਕਸ਼ਨ ਹੋਈ ਸਾਰਿਆਂ ਦੀ, ਅਤੇ ਉਸ ਜਿਹੜੀ ਪੈਨਾਰਾਮਾ ਜਿਹੜੀ ਰਾਈਡਿੰਗ ਹੈ ਜਿੱਥੇ ਵਿੱਚ ਮੈਂ ਰਹਿ ਰਿਹਾ 25 ਸਾਲ ਤੋਂ ਤਕਰੀਬਨ, ਉੱਥੇ ਇਸੇ ਏਰੀਏ 'ਚ ਮੈਂ ਪ੍ਰੈਕਟਿਸ ਕਰਨਾ, ਇੱਥੇ ਮੈਂ ਲੋਕਾਂ ਨਾਲ ਮਿਲਣ ਵਰਤਨ, ਇੱਥੇ ਮੈਂ ਰੋਜ਼ ਤਕਰੀਬਨ ਸ਼ਾਮ ਨੂੰ ਵਾਕ ਵਗੈਰਾ ਕਰਦੇ ਹਾਂ। ਇਸੇ ਏਰੀਏ 'ਚ ਅਸੀਂ ਮੈਂ ਕਮਿਊਨਿਟੀ ਸਰਵਿਸ ਕਰਦਾ। ਇਸੇ ਏਰੀਏ 'ਚ ਮੇਰੀਆਂ ਜਿਹੜੀ ਕੋਈ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਵਲੰਟੀਅਰ ਦਾ ਟਾਈਮ ਦੀ ਜ਼ਰੂਰਤ ਹੈ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਦਾ ਰਿਹਾ। ਸੋ ਕਨੈਕਸ਼ਨ ਤਾਂ ਮੇਰਾ ਸਟਰੋਂਗ ਹੈਗਾ ਸੀ। ਇਹਦੇ ਨਾਲ ਜਿਹੜੀ ਕਮਿਊਨਿਟੀ ਦੀ ਸਪੋਰਟ ਮੈਨੂੰ ਬਹੁਤ ਮਿਲੀ। ਪਹਿਲਾ ਹਫਤਾ ਥੋੜ੍ਹੇ ਜਿਹੇ ਲੋਕ ਸਰਪ੍ਰਾਈਜ਼ ਸਨ ਵੀ ਮੈਂ ਕਿਉਂ ਕਰਨਾ ਪਿਆ ਉਹ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ ਕਿ ਸਰੀ ਜਿਹੜਾ ਨਾ ਪਿਛਲੇ 3.5 ਸਾਲਾਂ ਵਿੱਚ ਟੋਟਲੀ ਇਗਨੋਰ ਕੀਤਾ ਗਿਆ। ਇੱਕ ਕਿਸਮ ਦੀ ਸਰੀ ਦੀ ਬੇਇੱਜ਼ਤੀ ਕੀਤੀ ਹੈ, ਸਰੀ ਨੂੰ ਝੂਠ ਬੋਲਿਆ ਅਤੇ ਸਰੀ ਨੂੰ ਮਿਸਲੀਡ ਕੀਤਾ। ਮੈਂ ਹਰ ਚੀਜ਼ ਜਿੰਨੀਆਂ ਮੈਂ ਗੱਲਾਂ ਕੀਤੀਆਂ ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਹੈ। ਇਸ ਤਰ੍ਹਾਂ ਨਹੀਂ ਅਕਿਊਜ਼ ਨਹੀਂ ਮੈਂ ਕਰਦਾ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਮੈਂ ਭਾਸ਼ਾ ਯੂਜ਼ ਕਰਨਾ ਪਿਆ ਨਾਰਮਲੀ ਮੈਂ ਨਹੀਂ ਕਰਦਾ, ਪਰ ਜੇ ਤੁਸੀਂ ਝੂਠ ਨੂੰ ਝੂਠ ਨਹੀਂ ਕਹੋਗੇ ਤਾਂ ਕੀ ਆਖੋਗੇ, ਕਿਉਂਕਿ ਇਕੱਲਾ ਸਤਿ ਸ੍ਰੀ ਅਕਾਲ ਬੁਲਾਉਣ ਨਾਲ ਇੱਕ ਗੱਲ ਨਹੀਂ ਸਾਫ਼ ਹੋਣੀ। ਝੂਠ ਕਿਉਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਇਹਨਾਂ ਨੂੰ ਟੈਕਸੀ ਇੰਡਸਟਰੀ ਨੂੰ ਅਸੀਂ ਫੇਅਰ ਰਹਾਂਗੇ, ਇਹਨਾਂ ਫੇਅਰਨੈਸ ਨਹੀਂ ਕੀਤੀ, ਟੋਟਲ ਝੂਠ ਬੋਲਿਆ। ਇਹਨਾਂ ਟਰੱਕਿੰਗ ਇੰਡਸਟਰੀ ਨਾਲ ਕੋਈ ਇਨਸਾਫ ਨਹੀਂ ਕੀਤਾ, ਉੱਥੇ ਵੀ ਇਹਨਾਂ ਨੇ ਝੂਠ ਬੋਲਿਆ। ਇਹਨਾਂ ਨੇ ਜਿਹੜਾ ਇਨਫਰਾਸਟਰਕਚਰ ਬਾਰੇ ਗੱਲ ਕੀਤੀ ਸੀ ਪਟੋਲੋ ਬ੍ਰਿਜ ਬਾਰੇ, ਉੱਥੇ ਵੀ ਝੂਠ ਬੋਲਿਆ। ਇਹਨਾਂ ਨੇ ਕਿਹਾ ਸੀ ਅਸੀਂ ਜਿਹੜਾ 99 ਹਾਈਵੇ ਜਿਹੜਾ ਮੈਸੀ ਟਨਲ ਹੈ ਉਹਦਾ ਕੁਝ ਕਰਾਂਗੇ, ਉੱਥੇ ਵੀ ਝੂਠ ਬੋਲਿਆ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਕਿਹਾ ਸੀ ਕਿ ਅਸੀਂ MSP ਮਾफ़ ਕਰਾਂਗੇ, ਮਾफ़ ਕੀਤੀ ਪਰ ਸਾਰਾ ਆਫਲੋਡ ਕਰਤਾ ਡਰਾਈਵਰਸ 'ਤੇ, ਅਤੇ ਜਿਹੜਾ ਲਾਇਸੈਂਸ ਮਿਲਦਾ ਨਵਾਂ ਉਹਦੇ ਬਾਰੇ ਮੈਂ ਫਿਰ ਗੱਲ ਕਰਨਾ ਅੱਗੇ ਜਾ ਕੇ ਵੀ ਕੀ ਕੀਤਾ, ਉਹ ਵੀ ਝੂਠ ਬੋਲਿਆ। ਸਭ ਤੋਂ ਜਿਹੜਾ ਝੂਠ ਇਹਨਾਂ ਨੇ ਬੋਲਿਆ, ਕੋਈ 2 ਮਹੀਨੇ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਡਰਾਮਾ, ਕਿਉਂਕਿ ਇਹਨਾਂ ਦੀ ਪਲੈਨਿੰਗ ਸੀ ਵੀ ਅਸੀਂ ਇਹ ਧੋਖਾ ਦੇਣਾ ਆਪਣੀ ਅਲਾਇੰਸ ਨੂੰ ਵੀ ਅਤੇ ਲੋਕਾਂ ਨੂੰ। ਧੋਖਾ ਕਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਵੀ ਅਸੀਂ ਸਰੀ ਵਿੱਚ ਹਸਪੀਟਲ ਬਣਾਉਣਾ,
ਸਰੀ ਦੇ ਵਿੱਚ ਹਸਪੀਟਲ ਬਣਾਉਣਾ ਨੈਸੈਸਿਟੀ ਹੈ, ਕੋਈ ਆਸਾਨ ਨਹੀਂ ਹੈਗਾ। ਸਾਡੀ ਪਾਰਟੀ ਨੇ ਵੀ ਪਹਿਲਾਂ ਥੋੜ੍ਹਾ ਬਹੁਤਾ ਇਸ ਤਰ੍ਹਾਂ ਹੀ ਕੀਤਾ ਵੀ ਬਣਾਵਾਂਗੇ ਕਿ ਨਹੀਂ ਬਣਾਵਾਂਗੇ, ਪਰ ਆਊਟ ਪੇਸ਼ੈਂਟ ਜਿਹੜਾ ਸੈਂਟਰ ਸੀ ਜਿਮ ਪੈਡੀਸਨ ਦਾ 573 ਮਿਲੀਅਨ ਲਾ ਕੇ ਇਨਵੈਸਟਮੈਂਟ ਕਰਕੇ ਬਣਾਇਆ, ਪਰ ਉਹ ਹਸਪੀਟਲ ਨਹੀਂ ਹੈਗਾ, ਉਹ ਸਰਵਿਸ ਆਊਟ ਪੇਸ਼ੈਂਟ ਕਲੀਨਿਕ ਤਕਰੀਬਨ ਬਣ ਗਈ। ਇਹਨਾਂ ਨੇ ਕਿਹਾ ਵੀ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਨਾਲ ਜੋੜਨਾ। ਹੁਣ ਹਸਪੀਟਲ ਦੀ ਅਨਾਉਂਸਮੈਂਟ ਕਰ ਦਿੱਤੀ, ਹਸਪੀਟਲ ਦੀ ਅਨਾਉਂਸਮੈਂਟ ਕਰਤੇ ਦਿੱਤੀ, ਉੱਥੇ ਇਕੱਠੇ ਵੀ ਹੋ ਗਏ, ਉੱਥੇ ਢੋਲ ਬਾਜੇ ਵੀ ਵਜਾਤੇ ਇਹਨਾਂ ਨੇ। ਤੇ ਫਿਰ ਇਹ ਭੁੱਲ ਗਏ ਵੀ ਅਨਾਉਂਸਮੈਂਟ ਤੇ ਕਰਤੀ ਹੈ, ਜ਼ਮੀਨ ਨਹੀਂ ਟਰਾਂਸਫਰ ਕੀਤੀ ਟਾਈਟਲ ਤੋਂ, ਪਲਾਨ ਨਹੀਂ ਬਣਾਈ, ਹਸਪੀਟਲ ਦਾ ਬਜਟ ਨਹੀਂ ਤਿਆਰ ਕੀਤਾ। ਇਹਨਾਂ ਦਾ ਜਿਹੜਾ ਬਜਟ ਬਣਦਾ ਪੇਪਰ ਦੇ ਬੁੱਕ ਦੇ ਵਿੱਚ ਕੋਈ ਲਾਈਨ ਨਹੀਂ ਹੈਗੀ, ਕਿਉਂਕਿ ਮੈਂ ਰਿਹਾ ਮੰਤਰੀ, ਮੈਨੂੰ ਪਤਾ ਵੀ ਕਿਸੇ ਆਦਮੀ ਨੂੰ ਵੀ ਪਤਾ ਵੀ ਜਦੋਂ ਤੁਸੀਂ ਕੋਈ ਪ੍ਰੋਜੈਕਟ ਕੋਈ ਬਣਾਉਂਦੇ ਹੋ ਉਹਦੀ ਤੁਹਾਨੂੰ ਅਪਰੂਵਲ ਲੈਣ ਤੋਂ ਬਾਅਦ ਤੁਹਾਨੂੰ ਪ੍ਰੋਪਰ ਪ੍ਰੋਸੈਸ ਤੋਂ ਜਾਣਾ ਪੈਂਦਾ, ਤੁਹਾਨੂੰ ਇਨਫੋਰਮੇਸ਼ਨ ਦੇਣੀ ਪੈਣੀ ਹੈ। ਇਹਨਾਂ ਨੇ ਉਹ ਸਭ ਤੋਂ ਵੱਡਾ ਝੂਠ ਬੋਲਿਆ। ਸੋ ਇਹਨਾਂ ਦੇ ਜਿਹੜੇ ਝੂਠ ਬੋਲਣ ਦੀ ਏਡੀ ਵੱਡੀ ਲੰਬੀ ਲਾਈਨ ਹੈ ਕਿ ਮੈਨੂੰ ਜਾਪਦਾ ਵੀ ਕਈ ਵਾਰੀ ਮੈਂ ਕਹਿੰਦਾ ਮੈਨੂੰ ਅਜੀਬ ਜਿਹਾ ਇਹ ਮੇਰੇ ਫੀਲ ਹੁੰਦਾ ਵੀ ਮੈਂ ਗੱਲਾਂ ਕਿਹੋ ਜਿਹੀਆਂ ਕਰਨਾ ਪਿਆ, ਪਰ ਗੱਲ ਅਸਲੀ ਹੈ। ਅਸਲੀ ਗੱਲ ਨੂੰ ਜੇ ਨਾ ਕਹਾਂਗੇ ਫਿਰ ਗੱਲ ਨਹੀਂ ਬਣਦੀ, ਫਿਰ ਲੋਕਾਂ ਤੱਕ ਪਹੁੰਚਦੀ ਨਹੀਂ। ਫਿਰ ਇਸ ਤੋਂ ਇਲਾਵਾ ਜਿਹੜਾ ਮੈਨੂੰ ਬੜੀ ਹੈਰਾਨੀ ਹੋਈ ਕਿ ਸਿਆਸਤ ਦੇ ਵਿੱਚ ਕਿਸੇ ਪੋਜੀਸ਼ਨ ਵਿੱਚ ਤੁਹਾਨੂੰ MLA ਹੁੰਦੇ ਹੋ, ਤੁਹਾਨੂੰ ਮੰਤਰੀ ਕੋ ਬਣਾਉਂਦਾ। ਮੰਤਰੀ ਬਣਾਉਣ ਨਾਲ ਰਿਸਪੌਂਸਿਬਿਲਟੀਜ਼ ਨੇ, ਰਿਸਪੌਂਸਿਬਿਲਟੀ ਨੂੰ ਨਿਭਾਉਣਾ ਬੜੀ ਇੰਪੋਰਟੈਂਟ ਕੰਮ ਹੈ। ਸਰੀ ਦੇ ਵਿੱਚ ਜਿਨ੍ਹਾਂ ਦੇ MLA ਜਿਹੜੇ ਕੈਂਡੀਡੇਟ ਦੇ ਬਰਖਲਾਫ ਮੈਂ ਖੜਾ, ਉਹਨਾਂ ਨੂੰ ਮੰਤਰੀ ਬਣਾਇਆ, ਬੜਾ ਉਹਨਾਂ ਨੂੰ ਹੱਲਾ ਗੁੱਲਾ ਕੀਤਾ, ਉਹਨਾਂ ਦੇ ਸਪੋਰਟਰਾਂ ਨੇ ਬੜੀਆਂ ਮੌਜਾਂ ਕੀ, ਉਹਨਾਂ ਨੇ ਬੜਾ ਉਹਨੂੰ ਸੈਲੀਬ੍ਰੇਟ ਕੀਤਾ। ਠੀਕ ਹੈ, ਕਰਨਾ ਚਾਹੀਦਾ, ਪਰ ਉਹਨਾਂ ਦੀ ਜਿਹੜੀ ਇਫੈਕਟਿਵਨੈਸ ਹੈ, ਜਿਹੜੀ ਉਹਨਾਂ ਦੀ ਪਰਫਾਰਮੈਂਸ ਇੰਨੀ ਪੂਰ ਹੋਈ ਕਿ ਉਸ ਟਾਈਮ ਦੇ ਵਿੱਚ ਉਹ ਇੱਕ ਸਕੈਂਡਲ 'ਚ ਫਸ ਗਏ। ਉਹ ਜਿਹੜਾ ਉਹਦੇ ਵਾਸਤੇ ਇਨਵੈਸਟੀਗੇਸ਼ਨ ਹੋਈ, ਉਹਦਾ ਕਿਸੇ ਨੂੰ ਨਹੀਂ ਪਤਾ ਵੀ ਕਿਉਂ ਹੋਇਆ, ਉਹਦਾ ਰਿਜ਼ਲਟ ਕੀ ਸੀ, ਪ੍ਰੋਸੈਸ ਕੀ ਸੀ, ਕਿਸੇ ਨੂੰ ਨਹੀਂ ਪਤਾ, ਸਾਰੇ ਚੁੱਪਚਾਪ ਨੇ। ਉਹਨਾਂ ਕਿਹਾ ਵੀ COVID-19 ਦੇ ਵਿੱਚ ਕਿਸੇ ਨੇ ਗੱਲ ਨਹੀਂ ਕਰਨੀ। ਉਹਨਾਂ ਨੂੰ ਪਤਾ ਨਹੀਂ ਸੀ ਵੀ ਮੈਂ ਖੜਾ ਹੋਣਾ, ਜਾਂ ਉਹਨਾਂ ਨੂੰ ਮੇਰੇ ਸੁਭਾਅ ਦਾ ਨਹੀਂ ਸੀ ਪਤਾ ਵੀ ਇਹ ਗੱਲਾਂ ਸਾਰੀਆਂ ਕੱਢਣੀਆਂ ਪੈਣੀਆਂ, ਸਤਿ ਸ੍ਰੀ ਅਕਾਲ ਨਾਲ ਨਹੀਂ ਕੰਮ ਹੋਣਾ। ਇਹ ਤੁਹਾਨੂੰ ਦੱਸਣਾ ਪੈਣਾ ਕਿ ਤੁਹਾਡੇ ਨਾਲ ਕੀ ਹੋਇਆ, ਤੁਹਾਡਾ ਜਿਹੜਾ MLA ਹੈਗਾ ਉਹਨੂੰ ਕੈਬਨਿਟ 'ਚ ਦੁਬਾਰਾ ਕਿਉਂ ਨਹੀਂ ਲਿਆ ਗਿਆ, ਉਹਦੇ 'ਤੇ ਉਹਨਾਂ ਦੀ ਆਪਣੀ ਪਾਰਟੀ ਦਾ ਕੌਨਫੀਡੈਂਸ ਕਿਉਂ ਨਹੀਂ ਹੈਗਾ, ਉਹਨਾਂ ਦੇ ਜਿਹੜੇ ਐਡਜੁਆਇਨਿੰਗ ਜਿਹੜੇ MLAs ਨੇ ਜਾਂ ਸਰੀ ਦੇ ਬਾਕੀ ਕੈਂਡੀਡੇਟਸ ਨੇ ਉਹ ਕਿਉਂ ਨਹੀਂ ਖੁੱਲ੍ਹ ਕੇ ਸਪੋਰਟ ਕਰਦੇ ਪਏ, ਗੱਲ ਕੀ ਹੈ ਇਸ ਪਿੱਛੇ। ਸੋ ਇਹ ਤੇ ਲੋਕ ਜਿਹੜੇ ਕਾਮਨ ਸਵਾਲ ਮੈਨੂੰ ਹੁੰਦਾ, ਤੇ ਮੇਰਾ ਜਵਾਬ ਹੁੰਦਾ ਕਿ ਤੁਸੀਂ ਉਹਨਾਂ ਨੂੰ ਪੁੱਛੋ, ਇਹ ਮੇਰਾ ਕੰਮ ਨਹੀਂ ਹੈਗਾ। ਤੁਹਾਡਾ ਕੰਮ ਹੈ ਉਸ ਚੀਜ਼ ਨੂੰ ਵੇਖ ਕੇ, ਬਾਕੀ ਗੱਲ ਹੈ ਕਿ ਮੈਂ ਕੀ ਕਰਾਂਗਾ। ਹੁਣ ਮੈਂ ਦੱਸਣਾ ਤੁਹਾਨੂੰ ਵੀ ਇਹ ਤੇ ਤੁਹਾਨੂੰ ਦੱਸੀ ਸਟੋਰੀ ਵੀ ਸ਼ੁਰੂ ਕਿੱਥੋਂ ਹੋਈ ਤੇ ਗੱਲ ਕੀ ਹੈਗੀ। ਤੇ ਹੁਣ ਹੈਗਾ ਵੀ ਇਕੱਲਾ ਉਸ ਗੱਲ ਦੇ ਤੇ ਨਹੀਂ ਵੋਟਾਂ ਪਾਣੀਆਂ, ਲੋਕਾਂ ਨੇ ਕਹਿਣਾ ਵੀ ਕੋਈ ਗੱਲ ਵੀ ਕਰੋ, ਤੁਸੀਂ ਦੱਸੋ ਵੀ ਕਰੋਗੇ ਕੀ। ਉਹ ਮੈਂ ਦੱਸਣਾ, ਜਦੋਂ ਦੀ ਅਸੀਂ ਇਲੈਕਸ਼ਨ ਸਾਡੀ ਅਨਾਉਂਸ ਹੋਈ ਹੈ, ਅਸੀਂ ਹਰ ਮੁੱਦੇ ਤੇ ਜਿਹੜੇ ਨੇ ਆ ਕੇ ਤੇ ਪ੍ਰੋਪਰ ਜਿਹੜੀਆਂ ਪਾਲਿਸੀਜ਼ ਨੇ ਉਹ ਅਨਾਉਂਸ ਕਰਨੇ ਪਿਆ। ਆਲਮੋਸਟ ਹਫਤੇ ਵਿੱਚ 2-3 ਪਾਲਿਸੀਜ਼ ਅਨਾਉਂਸ ਕਰਨੇ ਆ, ਆਉਣ ਵਾਲੇ ਸਮੇਂ ਵਿੱਚ ਮੋਰ ਹੋਣਗੀਆਂ। ਉਸ ਤੋਂ ਬਾਅਦ ਜਿਹੜਾ ਸਾਰਾ ਪਲੇਟਫਾਰਮ ਸਾਰਿਆਂ ਦੇ ਸਾਹਮਣੇ ਆਏਗਾ। ਉਹਦੇ ਵਿੱਚੋਂ ਮੇਜਰ ਗੱਲਾਂ ਮੈਂ ਕਰਨਾ ਚਾਹੁੰਦਾ ਕਿ ਅੱਜ ਮੈਂ ਤਾਜ਼ਾ ਮੀਟਿੰਗ ਸੀ ਸਾਡੀ ਟੈਕਸੀ ਇੰਡਸਟਰੀ ਤੇ ਕਾਫੀ ਲੋਕਾਂ ਨੂੰ ਮਿਲਿਆ, ਸਾਰੇ ਤਾਂ ਨਹੀਂ ਮਿਲ ਸਕੇ, ਜਿਹੜਾ ਗਰੁੱਪ ਸੀ ਜਿੰਨੇ ਕੋ ਆ ਸਕਦੇ ਸੀ COVID-19 ਦੇ ਵਿੱਚ, ਕੰਸੀਡਰਿੰਗ ਦਾ ਸਪੇਸ ਤੇ ਜਿਹੜਾ ਡਿਸਟੈਂਸ ਮੇਨਟੇਨ ਕਰਨਾ, ਸਾਰੇ ਪ੍ਰੋਟੋਕਾਲ ਫਾਲੋ ਕਰਨ ਤੇ ਬਾਵਜੂਦ ਕਰਕੇ ਥੋੜ੍ਹਾ ਜਿਹਾ ਜਿੰਨਾ ਵੀ ਅਸੀਂ ਕਰਨਾ ਸੀ ਉਹਨਾਂ ਨਾਲ ਮੁਲਾਕਾਤ ਕੀਤੀ। ਤੇ ਸਾਰਿਆਂ ਦੇ ਸਵਾਲ ਤੇ ਬਾਰ-ਬਾਰ ਉਹੀ ਆਉਂਦੇ। ਅਸੀਂ ਉਹਨਾਂ ਨੂੰ ਕਿਹਾ ਵੀ ਠੀਕ ਹੈ, ਤੁਹਾਨੂੰ ਅਸੀਂ ਬੈਠੇ ਹਾਂ, ਗੱਲ ਕਰਾਂਗੇ, ਗੱਲ ਕਰਕੇ ਜਿਹੜੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹ ਡਾਈਜੈਸਟ ਕਰਕੇ ਉਹਨੂੰ ਸਾਰੀ ਗੱਲ ਸਮਝ ਕੇ ਆਉਣ ਵਾਲੀ ਸਰਕਾਰ, ਜੇ ਤੁਸੀਂ ਸਮਝੋਗੇ ਕਿ ਸਾਨੂੰ ਅਸੀਂ ਇਸ ਚੀਜ਼ ਦੇ ਫਿੱਟ ਹਾਂ, ਵੋਟਾਂ ਪਾ ਕੇ ਸਾਨੂੰ ਪਹੁੰਚਾਓਗੇ, ਤੇ ਫਿਰ ਇਹਦੇ ਬਾਰੇ ਕੋਈ ਤੁਹਾਨੂੰ ਕਰਾਂਗੇ ਰੀਜ਼ਨੇਬਲ ਆਨਸਰ। ਜਿਹੜਾ ਝੂਠ ਤੇ ਜਿਹੜਾ ਉਹ ਮਿਸਲੀਡਿੰਗ, ਉਹ ਕੰਮ ਨਹੀਂ ਮੈਂ ਕਰਨਾ। ਲੀਡਰ ਨੂੰ ਮੈਂ ਗੱਲ ਉੱਥੇ ਅਸੀਂ ਨਾਲ ਸੀ, ਬਾਕੀ ਕੈਂਡੀਡੇਟ ਵੀ ਨਾਲ ਸਨ, ਵਾਅਦਾ ਉਹ ਕਰਨਾ ਜਿਹਦੇ 'ਤੇ ਆਪਾਂ ਉਤਰਨਾ। ਸੋ ਉਹਨਾਂ ਦੀਆਂ ਤਕਲੀਫਾਂ ਬੜੀਆਂ ਰੀਅਲ ਨੇ, ਸਮਝ ਮੈਨੂੰ ਆਈਆਂ ਸਾਰੀਆਂ ਗੱਲਾਂ ਉਹਨਾਂ ਦੀਆਂ, ਪਤਾ ਲੱਗਾ ਕਿ ਉਹਨਾਂ ਨਾਲ ਕੀ ਹੋਇਆ, ਕਿਸ ਤਰੀਕੇ ਨਾਲ ਉਹਨਾਂ ਨਾਲ ਧੋਖਾ ਕਰਕੇ ਉਹਨਾਂ ਦੀ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਕਿੰਨੀਆਂ ਨੇ। ਲੋਕਾਂ ਨੇ ਆਪਣੇ ਮਾਰਗੇਜ ਤੇ ਘਰਾਂ 'ਤੇ ਪਾ ਦਿੱਤੇ ਨੇ, ਲੋਕਾਂ ਨੇ ਆਪਣੇ ਜਿਹੜੀਆਂ ਬੱਸ ਟੈਕਸੀ ਸੀ ਸਾਰੀਆਂ ਖੜੀਆਂ ਨੇ,
ਜਿਹੜੀਆਂ ਸਪੈਸ਼ਲ ਉਹਨਾਂ ਵੈਨਸ ਬਣਾਈਆਂ ਸੀ ਹੰਡਰਡਸ ਆਫ ਥਾਊਜ਼ੈਂਡਸ ਆਫ ਡਾਲਰ ਲੈ ਕੇ, ਉਹ ਵੀ ਖੜੀਆਂ ਨੇ। ਇਹ ਬੜਾ ਵੱਡਾ ਇਸ਼ੂ ਬਣਿਆ। ਪਰ ਉਹਦੇ ਵਾਸਤੇ ਜਿਹੜੀ ਹੈ ਨਾ 28 ਡੇਜ਼ ਦੇ ਵਿੱਚ ਜਿਹੜੀ ਕੈਂਪੇਨ ਦੇ ਟਾਈਮ ਉਹਨਾਂ ਨੇ ਮੈਨੂੰ ਸਾਨੂੰ ਗੱਲ ਸਮਝਾਈ। ਅਸੀਂ ਕਿਹਾ ਵੀ ਤੁਹਾਨੂੰ ਇਹ ਵਾਅਦਾ ਕਰਨੇ ਆ ਕਿ ਬਹਿ ਕੇ ਸਾਰੀ ਪ੍ਰੋਪਰ ਤਰੀਕੇ ਨਾਲ ਫੇਅਰ ਪਲੇ ਕਰਾਂਗੇ। ਸੈਕੰਡ ਜਿਹੜਾ ਗੱਲ ਹੋਈ ਅੱਜ ICBC ਦਾ ਅਨਾਉਂਸਮੈਂਟ ਹੋਈ, ਬੜੀ ਵੱਡੀ ਅਨਾਉਂਸਮੈਂਟ ਹੋਈ ਜੀ। ਇਹ ਜਦੋਂ ਵੀ ਕਿਸੇ ਚੀਜ਼ ਦੀ ਕੋਈ ਮੋਨੋਪੋਲੀ ਆਉਂਦੀ ਹੈ ਉਹਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਤੇ ਇਹ ਹੋਇਆ ਕਿ ਜਿਹੜੀ ਮੋਨੋਪੋਲੀ ਦਾ ਚਲੋ ICBC ਕੰਮ ਵੀ ਕਈ ਠੀਕ ਕਰਦੇ ਨੇ, ਪਰ ਜਿਹੜਾ ICBC ਦਾ ਜਿਹੜਾ ਰੇਟ ਜਿਹੜਾ ਨਾ ਪਿਛਲੇ ਸਾਲਾਂ ਦੇ ਵਿੱਚ 3.5 ਸਾਲਾਂ ਵਿੱਚ ਇਹਨਾਂ ਨੇ ਬਿਲਕੁਲ ਹੀ ਬੱਲੇ ਬੱਲੇ ਕਰਾਤੀ ਸਾਰਿਆਂ ਦੀ। ਸਭ ਤੋਂ ਇਹਨਾਂ ਨੇ ਮਾੜਾ ਜਿਹੜਾ ਕੰਮ ਕੀਤਾ ਮੇਰੀ ਸੋਚ ਦੇ ਮੁਤਾਬਕ ਉਹ ਹੈਗਾ ਕਿ ਹਰ ਘਰ ਦੇ ਵਿੱਚ ਜੇ ਕੋਈ ਇੱਕ ਕਾਰ ਹੈ ਤੇ ਉਹਨਾਂ ਨੂੰ ਐਡੀਸ਼ਨ ਐਡ ਕਰਨਾ ਪੈਣਾ ਲਾਇਸੈਂਸ ਉੱਪਰ। ਜੇ ਕੋਈ ਬੱਚੇ ਦੀ ਕਾਰ ਹੈ 5000 ਦੀ ਕਾਰ ਹੈ, ਜੇ 5000 ਦੀ ਇੰਸ਼ੋਰੈਂਸ ਹੈ, ਇਹ ਕਿਸ ਤਰ੍ਹਾਂ ਤੁਸੀਂ ਅਫੋਰਡ ਕਰ ਸਕਦੇ ਹੋ? ਇਹ ਸਾਰਾ ਇਹਨਾਂ ਨੇ ਕੰਮ ਗਲਤ ਕੀਤਾ, ਆਫਲੋਡ ਕੀਤਾ, ਲਾਇਸੈਂਸਿੰਗ ਦੀਆਂ ਇਸ਼ੂਜ਼ ਆ ਰਹੇ ਨੇ। ਸੋ ਅਸੀਂ ਅੱਜ ਕਿਹਾ ਕਿ ਇਸ ਮੋਨੋਪੋਲੀ ਅਸੀਂ ਖੋਲ੍ਹਣੀ ਹੈ, ਕੰਪੀਟੀਸ਼ਨ ਹੋਏਗਾ, ਬੇਸਿਕ ਜਿਹੜੀਆਂ ਨੀਡਸ ਨੇ ਜਿੱਥੋਂ ਮਰਜ਼ੀ ਲਓ। ਜੇ ਤੁਸੀਂ ਕੋਈ ਐਡੀਸ਼ਨਲ ਕਵਰੇਜ ਲੈਣਾ ਤੁਹਾਡੇ ਕੋਲ ਆਪਸ਼ਨ ਹੋਏ। ਸੋ ਇਹ ਮੈਂ ਸਮਝਦਾ ਵੀ ਬੜਾ ਵੱਡਾ ਮੇਜਰ ਸਟੈਪ ਹੈ, ਬੜਾ ਬੋਲਡ ਜਿਹੜਾ ਸਟੈਪ ਲਿਆ ਅੱਜ ਅਸੀਂ। ਇਹਦੇ ਨਾਲ ਜਿਹੜੇ ਈਚ ਡਰਾਈਵਰ ਨੂੰ ਵੀ ਹੋਣਾ ਫਾਇਦਾ, ਬਾਕੀਆਂ ਨੂੰ ਵੀ ਹੋਣਾ। ਜਿਹੜੀ ਸਾਰੀ ਮਨੀ ਜਿਹੜਾ ਪੈਸਾ ਲੋਕ ਦੇ ਰਹੇ ਨੇ ਉਹ ਪੈਸਾ ਉਹ ਬੜੇ ਸੋਹਣੇ ਔਖੇ ਤਰੀਕੇ ਨਾਲ ਕਮਾਉਂਦੇ ਨੇ, ਉਹਦੀ ਰਿਸਪੈਕਟ ਕਰਨੀ ਬੜੀ ਜ਼ਰੂਰੀ ਹੈ। ਮੈਂ ਸਮਝਦਾ ਵੀ ਇਹ ਵੀ ਅਸੀਂ ਕੰਮ ਬੜਾ ਫੇਅਰ ਕੰਮ ਕੀਤਾ ਕਿ ਸਾਰਿਆਂ ਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਪਹੁੰਚਾਈ ਜਾਏ। ਉਸ ਤੋਂ ਇਲਾਵਾ ਜਿਹੜਾ ਤੀਜਾ ਮੈਂ ਸਮਝਦਾ ਕਿ ਜਿਹੜਾ ਮੇਜਰ ਕੰਮ ਹੋਇਆ ਯੈਸਟਰਡੇ ਕੱਲ੍ਹ ਅਸੀਂ ਕੀਤਾ ਕਿ ਜਿਹੜਾ ਬ੍ਰਿਜ ਦਾ ਇਹ ਜਿਹੜਾ ਮੈਸੀ ਟਨਲ ਦਾ ਜਿਹੜਾ ਟਨਲ ਸੀ, ਇਹ ਪਤਾ ਨਹੀਂ ਕਦੋਂ ਦੀ ਬਣੀ ਹੈ, ਲੰਬੇ ਸਮੇਂ ਤੋਂ ਬਣੀ ਹੈ ਜਦੋਂ BC ਦੀ ਪਾਪੂਲੇਸ਼ਨ ਬਹੁਤ ਛੋਟੀ ਸੀ ਜੀ। ਅੱਜ 5.1 ਮਿਲੀਅਨ ਦੇ ਲੋਕ ਨੇੜੇ ਆ ਪਾਪੂਲੇਸ਼ਨ। ਮੇਜਰ ਉਹ ਸਾਡਾ ਹਾਈਵੇ 99 ਉਹ ਸਾਰੀਆਂ ਚੀਜ਼ਾਂ ਨੂੰ ਕਨੈਕਟ ਕਰਦਾ। ਐਵਰੇਜ ਜਿਹੜਾ ਟਾਈਮ ਹੈ ਸਵੇਰੇ ਤੁਸੀਂ ਜਾਣਾ ਹੋਏ ਘਰੋਂ 2 ਘੰਟੇ 3 ਘੰਟੇ, ਉਹਦਾ ਇੰਪੈਕਟ ਨਾਰਥ ਡੈਲਟਾ ਸਰੀ ਦੇ ਵਿੱਚ ਖਾਸ ਕਰਕੇ ਪੈਨਾਰਾਮਾ ਦੇ ਵਿੱਚ ਨੰਬਰ 10 ਹਾਈਵੇ ਤੱਕ ਬਲਾਕ ਹੋ ਜਾਂਦਾ, 91 ਤੱਕ ਬਲਾਕ ਹੋ ਜਾਂਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੇ ਧਿਆਨ ਕੀਤਾ ਹੀ ਨਹੀਂ ਇਸ ਕੰਮ ਬਾਰੇ, ਕਿਉਂਕਿ ਇਹ ਜਿਹੜੇ ਨਾ ਦੇ ਆਰ ਗੁੱਡ ਐਟ ਸਪੈਂਡਿੰਗ ਸਮਬਡੀ ਐਲਸਸ ਮਨੀ। ਵੀ ਕਿਸੇ ਨੇ ਕਮਾਈ ਕੀਤੀ ਅਸੀਂ ਕਰ ਸਕਦੇ, ਬਿਲਡ ਨਹੀਂ ਕਰ ਸਕਦੇ, ਬਿਲਡਰਸ ਨਹੀਂ ਹੈਗੇ, ਦੇ ਆਰ ਨਾਟ ਇਹਨਾਂ ਨੂੰ ਇਨਫਰਾਸਟਰਕਚਰ ਡਿਵੈਲਪਮੈਂਟ ਨਹੀਂ ਇਹਨਾਂ ਨੂੰ ਕਰਨੀ ਆਉਂਦੀ। ਇਹਨਾਂ ਨੇ ਕੋਈ ਚੀਜ਼ ਨੂੰ ਇਹਨਾਂ ਨੇ ਬਿਲਡ ਨਹੀਂ ਕੀਤਾ। ਜੋ 2001 ਦੇ ਬਾਅਦ ਜਿਹੜੀਆਂ ਸੜਕਾਂ ਬਣੀਆਂ ਸੀ ਉੱਥੇ ਨੇ ਖੜੀਆਂ। ਜਿਹੜਾ ਆਪਣਾ ਸੀ ਡਿਊਰਿੰਗ ਓਲੰਪਿਕ ਦੇ ਟਾਈਮ 'ਚ ਜਿੰਨੀ ਕੰਸਟਰਕਸ਼ਨ ਹੋਈ ਸੀ, ਹਾਈਵੇਜ਼ ਬਣੇ ਸੀ, ਉਸ ਤੋਂ ਇਲਾਵਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਜਿਹੜਾ ਉਹ ਬ੍ਰਿਜ ਦਾ ਜਿਹੜਾ ਨਾ 10 ਲੇਨ ਦਾ ਬਣਨਾ ਬ੍ਰਿਜ, $8 ਬਿਲੀਅਨ ਹੋਣਾ ਖਰਚ। ਉਸ ਜਸਟ ਇਮੈਜਿਨ ਕਿ ਉਹਦੇ ਨਾਲ ਕਿੰਨੇ ਜੌਬ ਹੋਣੇ ਕ੍ਰੀਏਟ ਟਰੱਕਿੰਗ ਇੰਡਸਟਰੀ ਦੇ, ਜਿਹਨੇ ਆਪਣੇ ਲੋਕਾਂ ਦੇ ਕਿੰਨੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਕਿੰਨੇ ਟਰੱਕਿੰਗ ਇੰਡਸਟਰੀ ਵਿੱਚ ਹੈਗੇ ਨੇ। ਇਹਨਾਂ ਨੇ ਕਿਸੇ ਬਾਰੇ ਕਦੀ ਸੋਚਿਆ ਨਹੀਂ ਕਿ ਇਹ ਜਿਹੜਾ ਬੰਦਾ ਇਹਨੇ ਵੀ ਮਾਰਗੇਜ ਲੈ ਲਈ ਹੈ, ਇਸ ਇਨਸਾਨ ਨੇ ਵੀ ਆਪਣੀ ਟਰੱਕ ਦੀ ਕਿਸ਼ਤ ਦੇਣੀ ਹੈ, ਇਹਨੇ ਲਾਇਸੈਂਸ ਦੀ ਫੀਸ ਦੇਣੀ ਹੈ, ਇਹਨੇ ਇੰਨੇ ਕੰਮ ਕਰਕੇ ਤੇ ਸਾਨੂੰ ਬੱਚਿਆਂ ਨੂੰ ਪਾਲਦਾ ਪਿਆ ਤੇ ਅਸੀਂ ਇਹਨੂੰ ਦਬਾਉਣ ਦੀ ਟਰਾਈ ਕਰਨੇ ਪਿਆ। ਜੇ ਦਬਾਉਣਾ ਨਹੀਂ ਤੇ ਇਹਨੂੰ ਹੈਲਪ ਨਹੀਂ ਕਰਦੇ ਪਏ। ਸੋ ਇਹ ਕੰਮ ਜਿਹੜਾ ਨਾ ਕੱਲ੍ਹ ਅਨਾਉਂਸਮੈਂਟ ਹੋਈ ਹੈ ਤੇ ਨਾਲ ਜਿਹੜੀਆਂ ਹੋਰ ਐਕਸਪੈਂਸ਼ਨ ਕਰਨੀਆਂ ਨੇ ਉਹ ਵੀ ਉਹਦੇ ਨਾਲ ਵੀ ਬਹੁਤ ਫਰਕ ਪੈਣਾ, ਕਿਉਂਕਿ ਜਿੰਨੀ ਦੇਰ ਤੱਕ ਗੁੱਡਸ ਐਂਡ ਜਿਹੜੀਆਂ ਸਰਵਿਸਿਜ਼ ਨੇ ਫਲੋ ਨਹੀਂ ਕਰਦੀਆਂ, ਬੰਦੇ ਫਲੋ ਨਹੀਂ ਕਰਦੇ, ਟਰੱਕਿੰਗ ਦਾ ਜਿਹੜਾ ਨਾ ਜਿਹੜੀ ਕੰਜੈਸ਼ਨ ਨਹੀਂ ਹੁੰਦੀ। ਇਸ ਤੋਂ ਇਲਾਵਾ ਕਾਰਾਂ ਦਾ ਜਿਹੜਾ ਲੋਕੀ ਵਿੱਚ ਬਹਿ ਕੇ ਆਪਣੀ এনवायरमेंट ਦਾ ਕਿੰਨਾ ਨੁਕਸਾਨ ਹੁੰਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਮੈਂ ਸਮਝਦਾ ਵੀ ਇਹਦੇ ਬਾਰੇ ਸੋਚਣ ਦਾ ਕੋਈ ਮੈਨੂੰ ਤਾਂ ਜਾਪਦਾ ਨਹੀਂ ਵੀ ਇਹ ਗੱਲ ਕਿਉਂ ਨਹੀਂ ਕਰਦੇ ਇਸ ਗੱਲ ਬਾਰੇ। ਫਿਰ ਉਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਦੱਸਣਾ ਜਿਹੜੀ ਹੁਣ ਬਿਗੇਸਟ ਪ੍ਰੋਬਲਮ ਆ ਰਹੀ ਹੈ ਵੀ ਹਸਪੀਟਲ ਦੀ ਜੀ। ਹਸਪੀਟਲ ਬਣਿਆ, ਐਕਸਪੈਂਸ਼ਨ ਜਿੰਨੀ ਕੋਈ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਹਸਪੀਟਲ ਦਾ ਤੇ ਬਣਾਤਾ, ਅੱਗੋਂ ਵੀ ਅਸੀਂ ਵੀ ਕਰਨਾ। ਇਹਦੇ ਬਾਰੇ ਅਨਾਉਂਸਮੈਂਟ ਮੈਂ ਅੱਜ ਨਹੀਂ ਕਰਾਂਗਾ, ਜਦੋਂ ਟਾਈਮ ਆਏਗਾ ਤੁਹਾਡੇ ਸਾਹਮਣੇ ਆਵਾਂਗੇ, ਗੱਲ ਕਰਾਂਗੇ ਵੀ ਕੀ ਕੀਤਾ ਸੀ। ਜਦੋਂ ਤੁਸੀਂ ਕੋਈ ਇੰਸਟੀਟਿਊਸ਼ਨ ਬਣਾਈ ਹੈ ਫਰੇਜ਼ਰ ਹੈਲਥ ਦੇ ਵਿੱਚ, ਜਿਹੜੀ ਜਿੰਨੇ ਪੈਸੇ ਪਰ ਕੈਪੀਟਾ ਬਾਕੀਆਂ ਨੂੰ ਮਿਲਦੇ ਨੇ ਉਹ ਪੈਸਿਆਂ ਦੀ ਜਿਹੜਾ ਫਲੋ ਕਿਉਂ ਨਹੀਂ ਹੁੰਦਾ ਪ੍ਰੋਪਰਲੀ। ਜੇ ਤੁਸੀਂ ਪੈਸੇ ਪ੍ਰੋਪਰ ਦਿਓਗੇ ਤੇ ਤੁਹਾਨੂੰ
ਤੁਹਾਨੂੰ ਫਿਰ ਉਹਦੀ ਜਿਹੜੀ ਸਰਵਿਸਿਜ਼ ਤਾਂ ਮਿਲਣਗੀਆਂ ਜੇ ਤੁਹਾਡੇ ਕੋਲ ਸਟਾਫ ਹੈਗਾ। ਸਟਾਫ ਤਾਂ ਹੋਣਾ ਜੇ ਤੁਸੀਂ ਉਹਨਾਂ ਨੂੰ ਹਾਇਰ ਕਰੋਗੇ, ਹਾਇਰ ਤਾਂ ਕਰੋਗੇ ਜੇ ਉਹ ਪੈਸੇ ਹੋਣਗੇ। ਸੋ ਇਹ ਗੱਲਾਂ ਜਿਹੜੀਆਂ ਲੁਕੀਆਂ ਛਿਪੀਆਂ ਗੱਲਾਂ ਨੇ ਸਾਰੀਆਂ, ਇਹ ਕਰਦੇ ਨਹੀਂ ਪਏ, ਕਿਉਂਕਿ ਇਹਦੇ ਵਿੱਚ ਵੀ ਬੜੀ ਵੱਡੀ ਪ੍ਰੋਬਲਮ ਹੈ। ਇਹਨੂੰ ਸੋਲਵ ਕਰਨ ਵਾਸਤੇ ਹਸਪੀਟਲ ਬਣਾਉਣਾ ਪੈਣਾ, ਨਵਾਂ ਬਣਾਉਣਾ ਪੈਣਾ, ਖੁੱਲ੍ਹੇ ਦਿਲ ਨਾਲ ਹਸਪੀਟਲ ਬਣਾਉਣਾ ਪੈਣਾ। ਉਹ ਨੈਸੈਸਿਟੀ ਹੈ। ਅੱਜ ਸਰੀ ਦੀ ਪਾਪੂਲੇਸ਼ਨ ਹੈਗੀ ਹੈ ਕਲੋਜ਼ ਟੂ 7 ਜੀ, 6 ਤੋਂ 7 ਕਹਿ ਸਕਦੇ ਹਾਂ ਆਪਾਂ, ਪਰ ਆਉਣ ਵਾਲੇ ਸਮੇਂ ਵਿੱਚ ਇਹ ਡਬਲ ਹੋਣੀ ਹੈ। ਇੱਕੋ ਹੀ ਹਾਈਵੇ ਉਹ ਨੰਬਰ 1, 2 ਦੀਆਂ ਲੇਨ ਬਣੀਆਂ ਸੀ ਪਹਿਲਾਂ, ਇਹਨਾਂ ਨੇ ਇੱਕ ਅੱਧੀ ਉਹ ਵੀ ਨਹੀਂ ਐਡ ਕੀਤੀ। ਇਹ ਨੰਬਰ 10 ਹਾਈਵੇ ਦੀ ਜਿਹੜੀ ਸੀ ਇਹ ਬਣਿਆ ਸੀ ਸਾਡੇ ਟਾਈਮ 'ਚ, ਉਹ ਵੀ ਇਹਨਾਂ ਦਾ ਕੁਛ ਨਹੀਂ ਕੀਤਾ। ਇਹ ਸੋਚਦੇ ਨੇ ਵੀ ਜਿਹੜੀ ਪਾਪੂਲੇਸ਼ਨ ਹੈ ਇਹਨੇ ਆਪਣੇ ਆਪ ਹੀ ਵਧਣਾ, ਇਹਨਾਂ ਸੜਕ ਵੀ ਬਾਹਰੋਂ ਲੈ ਕੇ ਆਉਣੀ ਹੈ, ਇਹਨਾਂ ਟਰੱਕ ਵੀ ਬਾਹਰੋਂ ਲੈ ਕੇ ਆਉਣੇ ਨੇ, ਇਹਨਾਂ ਪੈਸਾ ਵੀ ਬਾਹਰੋਂ ਲੈ ਕੇ ਆਉਣਾ, ਸਾਨੂੰ ਕੁਛ ਕਰਨ ਦੀ ਜ਼ਰੂਰਤ ਕੋਈ ਨਹੀਂ। ਇਹ 3.5 ਸਾਲਾਂ 'ਚ ਇਹਨਾਂ ਦੀ ਇੱਕ ਕਾਰਵਾਈ ਹੈ। ਇਹਨਾਂ ਦੀ ਇੱਕ ਜਿਹੜੀ ਨੈਕਸਟ ਜਿਹੜੀ ਕਾਰਵਾਈ ਹੈ, ਮੈਂ ਸਮਝਦਾ ਕਿ ਸਾਰਿਆਂ ਨੇ ਜਿਹੜੀ ਆਪਣੀ ਸਾਊਥ ਏਸ਼ੀਅਨ ਭਾਈਚਾਰਾ, ਉਹਨਾਂ ਨੇ ਇਹਨਾਂ ਦੀ ਕਰਤੂਤ ਵੇਖ ਲਈ, ਇੱਕ ਕਿਸਮ ਦੀ ਇਹਨਾਂ ਦੀ ਡਿਸਰਿਸਪੈਕਟ ਜਿਹੜੀ ਸਾਡੀ ਕਮਿਊਨਿਟੀ ਨੇ ਇਹਨਾਂ ਕੀਤੀ ਹੈ, ਜਾਂ ਜਿਹੜੀ ਸਾਡੀ ਨਹੀਂ ਇਕੱਲੀ ਸਾਰੀ ਫਾਰਮਿੰਗ ਕਮਿਊਨਿਟੀ ਨੂੰ ਕੀਤੀ ਵੀ ਇਹਨਾਂ ਨੇ ਨਵੀਂ ਪਾਲਿਸੀ ਖੜੀ ਕਰਤੀ। ਇਹਨਾਂ ਨੇ ਕਿਤੇ ਰਿਚਮੰਡ ਜਾਂ ਕਿਸੇ ਏਰੀਆ 'ਚ ਇੱਕ ਵੇਖਿਆ ਘਰ ਵੱਡਾ, ਉਹ ਕੋਈ ਕਿਸੇ ਦਾ ਘਰ ਸੀ ਵੱਡਾ, ਉਹਦਾ ਸਿਆਪਾ ਜਿਉਂ ਪਾਇਆ ਇਹਨਾਂ ਨੇ, ਚੱਕਰ ਚਲਾ ਕੇ ਕਹਿਤਾ ਜੀ ਬੜੇ ਵੱਡੇ ਘਰ ਬਣਾਉਂਦੇ ਨੇ ਜੀ, ਇਹ ਕਰਦੇ ਨੇ ਜੀ, ਉਹ ਕਰਦੇ ਨੇ। ਅਕਲ ਤੋਂ ਨਹੀਂ ਲਿਆ ਕੰਮ ਕਿ ਜਿਹੜਾ ਇਨਸਾਨ ਜਾਂ ਜਿਹੜੀ ਫੈਮਿਲੀ ਕੋਈ 5 ਏਕੜ ਬਲੂਬੇਰੀ ਫਾਰਮ ਖਰੀਦੀ, ਉਹ ਫਾਰਮਿੰਗ 'ਤੇ ਡਿਪੈਂਡ ਨਹੀਂ ਕਰਦੇ, ਉਹ ਜਾਂ ਟੈਕਸੀ ਦਾ ਕੰਮ ਕਰਦੇ ਨੇ, ਜਾਂ ਉਹਨਾਂ ਕੋਈ ਬਿਜ਼ਨਸ ਹੈ, ਜਾਂ ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰਦੇ ਪਏ ਨੇ, ਜਾਂ ਕੋਲੈਕਟਿਵਲੀ ਸਾਰੇ ਇੱਕ ਘਰ ਦੇ ਵਿੱਚ ਰਹਿ ਕੇ ਅਤੇ ਐਨਫ ਸਪੇਸ ਹੋਏ ਕਿ ਤਾਂ ਕਿ ਉਹ ਆਪਣੇ ਆਪ ਨੂੰ ਸਪੋਰਟ ਕਰ ਸਕਣ। ਸੋ ਉਹ ਇਹਨਾਂ ਨੇ ਆ ਕੇ ਪਾਲਿਸੀ ਲਿਆ ਕੇ ਥੋਪੀ ਨਹੀਂ, ਇਹਨਾਂ ਨੇ ਬਿਲਕੁਲ ਸੁਣੀ ਨਹੀਂ ਗੱਲ। ਡਿਸਕਸ਼ਨ ਹੋਈ ਹੈ, ਮੀਟਿੰਗਾਂ ਹੋਈਆਂ। ਇੱਕ ਮੀਟਿੰਗ ਮੈਂ ਵੀ ਪਾਰਟੀਸਪੇਟ ਕੀਤਾ ਸੀ, ਕਿਉਂਕਿ ਮੈਂ ਵੀ ਆਪ ਛੋਟਾ ਮੋਟਾ ਫਾਰਮਰ ਹੈਗਾ, ਮੇਰੇ ਕੋਲ ਵੀ ਮੈਂ ਵੀ ਕਰਦਾ ਫਾਰਮਿੰਗ, ਮੇਰੇ ਥੋੜ੍ਹਾ ਬਹੁਤਾ ਲਿਆ ਹੌਬੀ ਹੈ ਸਾਡੀ ਇਹ। ਮਤਲਬ ਸਾਨੂੰ ਪਤਾ ਵੀ ਸਾਡੇ ਅੰਦਰ ਹੀ ਹੈ ਵੀ ਅਸੀਂ ਇਹ ਕੰਮ ਕਰਨਾ। ਅਤੇ ਮੈਂ ਸਮਝਦਾ ਵੀ ਇਹਨਾਂ ਨੇ ਸਾਰਿਆਂ ਨੂੰ ਬੇਇੱਜ਼ਤੀ ਕਰਤੀ। ਗੱਲ ਤਾਂ ਕਿਸੇ ਦੀ ਗੱਲ ਤਾਂ ਆ ਵੀ ਜੇ ਸੁਣੋਗੇ ਤਾਂ 2 ਕੰਨ ਨੇ ਅਤੇ 1 ਜ਼ੁਬਾਨ ਹੈ। ਕੰਨ ਤੋਂ ਤਾਂ ਸੁਣੋ, ਦਿਮਾਗ ਨੂੰ ਉੱਪਰ ਲਿਆਓ। MLA ਬਣ ਗਏ ਹੋ, ਆਪਣੇ ਲਈ ਨਹੀਂ ਬਣੇ, ਲੋਕਾਂ ਲਈ ਬਣੋ। ਸੋ ਮੈਂ ਇਹ ਸਾਰੀਆਂ ਇਹਨਾਂ ਦੀਆਂ ਗੱਲਾਂ ਦੇਖ ਕੇ ਮੈਂ ਸਾਰਿਆਂ ਨਾਲ ਡਿਸਕਸ਼ਨ ਜਦੋਂ ਕੀਤੀ, ਕਾਫੀ ਜਿਹੜੇ ਮੇਰੇ ਨਾਲ ਲੋਕ ਨੇ ਉਹਨਾਂ ਨੇ ਕਿਹਾ ਵੀ ਕੰਪਲੇਨ ਨਹੀਂ ਕਰਦੇ ਪਏ, ਕੁਛ ਕਰੋ ਵੀ ਸੇਵ ਖੜ੍ਹੇ ਹੋ। ਸੋ ਉਸ ਟਾਈਮ ਦੇ ਵਿੱਚ ਮੇਰਾ ਫੈਸਲਾ ਕੀਤਾ ਵੀ ਮੈਨੂੰ ਇਲੈਕਸ਼ਨ 'ਚ ਮੈਂ ਹੋਣਾ ਖੜ੍ਹੇ। ਜਿਹੜੀ ਸਰੀ ਦੀ ਜਿਹੜੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ, ਇਹਨਾਂ ਨੇ ਡਿਸਰਿਸਪੈਕਟ ਕੀਤੀ ਹੈ, ਐਡਾ ਵੱਡਾ ਸ਼ਹਿਰ ਹੈ, ਇਹਨੂੰ ਇਗਨੋਰ ਕੀਤਾ। ਇਹ ਜਿਹੜਾ ਇਹਦੇ ਵਿੱਚ ਇਹਨਾਂ ਨੂੰ ਕੀ ਗੱਲ ਸਾਡੇ ਸਰੀ 'ਤੇ ਇਹਨਾਂ ਨੂੰ ਮਾਣ ਨਹੀਂ ਹੈਗਾ? ਕੀ ਗੱਲ ਇਹ ਸਮਝਦੇ ਨੇ ਵੀ ਲੋਕੀ ਐਵੇਂ ਨੇ? ਇਹ ਸਮਝਦੇ ਨੇ ਵੀ ਇਹਨਾਂ ਨੂੰ ਕੋਈ ਸਮਝ ਨਹੀਂ, ਇਹਨਾਂ ਨੂੰ ਕੋਈ ਗੱਲਬਾਤ ਦਾ ਨਹੀਂ ਪਤਾ, ਜਾਂ ਇਹ ਸਮਝਦੇ ਨੇ ਵੀ ਇਹਨਾਂ ਦੀ ਜਿਹੜੀ ਤਰੱਕੀ ਹੈ ਅਸੀਂ ਉਹਨੂੰ ਬੰਦ ਕਰ ਦਈਏ। ਇੱਕ ਬੰਨੇ 'ਤੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਾਪੂਲੇਸ਼ਨ ਚਾਹੁੰਦੇ ਹਾਂ ਵਧੇ, ਲੋਕੀ ਸਰੀ ਚਾਹ ਰਹੇ ਹਨ, ਰੋਜ਼ ਰੌਲਾ ਪਾਉਂਦੇ ਨੇ ਵੀ ਅਸੀਂ ਇਨਕਲੂਸਿਵ ਸੁਸਾਇਟੀ ਹਾਂ, ਬਿਲੀਵ ਕਰਨੇ ਹਾਂ, ਅਸੀਂ ਡਾਈਵਰਸਿਟੀ 'ਤੇ ਬਿਲੀਵ ਕਰਨੇ ਹਾਂ। ਪਰ ਮੈਂ ਤੁਹਾਨੂੰ ਅੱਜ ਇੱਕ ਐਗਜ਼ਾਮਪਲ ਦੇ ਰਿਹਾ, ਸਾਰਿਆਂ ਤੁਹਾਡੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸ਼ੌਕ ਹੋਣਾ, ਕਿਸੇ ਨੂੰ ਨਹੀਂ ਪਤਾ ਵੀ ਇਹਨਾਂ ਨੇ ਆਹ ਕੀ ਕੰਮ ਕੀਤਾ। ਮੈਂ ਅੱਜ ਤੁਹਾਡੇ ਸਟੇਸ਼ਨ 'ਤੇ ਮੈਂ ਸਾਰਿਆਂ ਨੂੰ ਇਹ ਮੈਂ ਡਿਸਕਲੋਜ਼ ਕਰਨਾ ਚਾਹੁੰਦਾ ਕਿ ਇਹਨਾਂ ਦੀ ਸਰਕਾਰ ਚਾਈਨੀਜ਼ ਕਮਿਊਨਿਟੀ ਨੂੰ, ਇੱਕ ਕਮਿਊਨਿਟੀ ਨੂੰ ਇਹਨਾਂ ਨੇ $10.6 ਮਿਲੀਅਨ ਕਿਹਾ ਵੀ ਤੁਸੀਂ ਆਪਣਾ ਸੈਂਟਰ ਆਫ ਐਕਸਲੈਂਸ ਬਣਾਓ। ਵੈਰੀ ਗੁੱਡ, ਚੰਗੀ ਗੱਲ ਹੈ, ਉਹਨਾਂ ਨੂੰ ਮਿਲਣਾ ਚਾਹੀਦਾ, ਕੋਈ ਓਬਜੈਕਸ਼ਨ ਨਹੀਂ ਕਰੇਗਾ ਜੀ। ਹਰ ਕਮਿਊਨਿਟੀ ਦਾ ਹੱਕ ਬਣਦਾ। ਅਤੇ ਹਾਊ ਅਬਾਊਟ ਅਸ? ਇਹ ਸਮਝਦੇ ਨੇ ਵੀ ਆਪਾਂ ਚੁੱਪ ਰਹਿਣਾ। ਇਹ ਸਮਝਦੇ ਵੀ COVID-19 'ਚ ਕਿਸੇ ਨੇ ਪ੍ਰੈਸ ਰਿਲੀਜ਼ ਨਹੀਂ ਪੜ੍ਹਨੀ, ਕਿਸੇ ਨੇ ਇਸ ਬਾਰੇ ਵਿਚਾਰ ਨਹੀਂ ਕਰਨਾ। ਇਹ ਟੋਟਲ ਕੰਮ ਗਲਤ ਹੋਇਆ, ਇਹ ਅਨਐਕਸੈਪਟੇਬਲ ਹੈ। ਸਰੀ ਦੇ ਲੋਕਾਂ ਨੂੰ ਚਾਹੀਦਾ ਉੱਠ ਕੇ ਅਤੇ ਇਹਨਾਂ ਨੂੰ ਪੁੱਛਣ ਵੀ ਤੁਸੀਂ ਵਾਪਸ ਕਿੱਦਾਂ ਆ ਗਏ। ਫੇਅਰ ਸ਼ੇਅਰ ਜਿਹੜਾ ਮੈਂਬਰ ਅਸੈਂਬਲੀ ਦੇ ਵਿੱਚ ਜਾ ਕੇ ਆਪਣੀ ਕੰਸਟੀਚੁਐਂਸੀ ਬਾਰੇ, ਆਪਣੇ ਲੋਕਾਂ ਬਾਰੇ ਨਹੀਂ ਬੋਲਦਾ, ਜਿਹੜੇ ਉਹਦੇ ਵੋਟਰਸ ਨੇ ਉਹਨਾਂ ਨੂੰ ਰੈਪਰੈਜ਼ੈਂਟ ਨਹੀਂ ਕਰਦਾ, ਉਹਨਾਂ ਨੂੰ ਇਲੈਕਸ਼ਨ ਦੁਬਾਰਾ ਜਿੱਤਣ ਦਾ ਕੋਈ ਹੱਕ ਨਹੀਂ ਹੈਗਾ। ਇਹ ਟਿਪੀਕਲ ਐਗਜ਼ਾਮਪਲ ਹੈ ਕਿ ਜਿਹੜੀ ਰਾਈਡਿੰਗ 'ਚ ਮੈਂ ਖੜਾ, ਉਹ ਇਹਨਾਂ ਸਾਰਿਆਂ ਦੀ ਇਹ ਕਾਰਵਾਈ। ਇਹ ਬੋਲਦੇ ਨਹੀਂ, ਸਿਰਫ ਇਹ ਜਿਹੜਾ ਲੋਕਲ ਜਿਹੜੀ ਰੈਪਰੈਜ਼ੈਂਟੇਸ਼ਨ ਹੈ, ਇਹ ਸਿਰਫ ਹੈਗੀ ਹੈ ਸ਼ਾਮ ਨੂੰ ਥੋੜ੍ਹੀ ਜਿਹੀ ਚਾਹ ਪੀ ਲਈ
ਦੋ ਚਾਰ ਬੰਦਿਆਂ ਨੂੰ ਖੁਸ਼ ਕਰ ਲਿਆ, ਇੱਕ ਅੱਧੀ ਉੱਥੇ ਜਾ ਕੇ ਤੇ ਇੰਗੇਜਮੈਂਟ ਅਟੈਂਡ ਕਰ ਲਈ। ਤੇ ਇਹਦੇ ਨਾਲ ਇਹ ਪੋਲਿਟਿਕਸ ਜਿਹੜੀ ਹੈ ਨਾ, ਉਹ ਹੈਗਾ ਸਾਡਾ ਕਲਚਰਲ ਹਿੱਸਾ। ਜੀ ਜੀ। ਉਹ ਨਥਿੰਗ ਰੋਂਗ ਵੀ ਜੇ ਤੁਸੀਂ ਬਾਕੀ ਕੰਮ ਕਰਦੇ ਹੋ, ਜੇ ਕੰਮ ਹੀ ਹੋਰ ਕੋਈ ਨਹੀਂ ਕਰਨਾ, ਜੇ ਅਸੀਂ 2 ਹਫ਼ਤੇ ਕਿਸੇ ਦਾ ਫੋਨ ਨਹੀਂ ਆਨਸਰ ਕਰਨਾ, ਤੁਸੀਂ ਪ੍ਰੈਸ ਦਿਸ ਲਾਈਨ, ਪ੍ਰੈਸ ਦਿਸ ਨੰਬਰ, ਕਾਲ ਦਿਸ ਪਰਸਨ, ਕਾਲ ਦਿਸ ਪਰ, ਇਹ ਕੋਈ ਕੰਮ ਹੈ? ਜਿਹੜਾ ਕੰਮ ਤੁਹਾਨੂੰ ਚੁਣਿਆ ਗਿਆ ਉਹ ਕੰਮ ਕਰੋ। ਤੁਹਾਡਾ ਇੱਕ ਹੀ ਕੰਮ ਹੈ ਕਿ ਜਿਹੜਾ ਤੁਹਾਡਾ ਡਿਪਾਰਟਮੈਂਟ ਨਹੀਂ ਹੈਗਾ, ਤੁਸੀਂ ਉਹਨਾਂ ਲਈ ਲੈਟਰ ਲਿਖ ਕੇ ਦੇ ਰਹੇ ਹੋ, ਤੁਸੀਂ ਮੁੜ ਕੇ ਫਸ ਗਏ। ਉਸ ਤੋਂ ਇਲਾਵਾ ਤੁਸੀਂ ਫਿਰ ਛੁਪਦੇ ਫਿਰਦੇ ਹੋ, ਫਿਰ ਕਹਿ ਰਹੇ ਹੋ ਜੀ ਇਹ ਗੱਲ ਨਹੀਂ ਕੋਈ ਬੜੀ ਵੱਡੀ। ਇਹ ਜਿਹੜੀਆਂ ਗੱਲਾਂ ਇਹ ਤਾਂ ਹੋਣੀਆਂ ਨੇ ਬੰਦ ਜੇ ਸਾਡੀ ਕਮਿਊਨਿਟੀ ਉੱਠ ਕੇ ਫਰਮਲੀ ਕਰੇਗੀ ਗੱਲ, ਕਲੀਅਰਲੀ ਸਵਾਲ ਪੁੱਛੇ, ਸਾਰਿਆਂ ਨੂੰ ਪੁੱਛੇ ਵੀ ਤੁਸੀਂ ਇਹ ਕਿਉਂ ਕੰਮ ਕੀਤਾ, ਤੇ ਜਿਹੜਾ 9 ਮਹੀਨਿਆਂ ਦੀ ਤੁਹਾਡੀ ਇਨਵੈਸਟੀਗੇਸ਼ਨ ਹੋਈ ਸੀ ਉਸ ਟਾਈਮ ਦੇ ਵਿੱਚ ਜਿਹੜਾ ਤੁਸੀਂ ਕੰਮ ਨਹੀਂ ਕੀਤਾ, ਤੁਹਾਡੀ ਇਫੈਕਟਿਵਨੈਸ ਇੰਨੀ ਪੂਰ ਰਹੀ ਹੈ, ਉਹਦੀ ਜਿਹੜੀ ਇਹਨਾਂ ਸੈਲਰੀ ਲੋਕਾਂ ਨੂੰ, ਤੁਸੀਂ ਲੋਕਾਂ ਕੋਲ ਆ ਕੇ ਪਹਿਲੀ ਗੱਲ ਤੇ ਆ ਕਿ ਮਾਫੀ ਮੰਗੋ ਵੀ ਉਹ ਕੰਮ ਗਲਤ ਸੀ ਜੀ। ਤੇ ਉਹ ਮੈਂ ਸਮਝਦਾ ਵੀ ਇਹ ਇਸ਼ੂ ਜਿਹੜਾ ਨਾ ਕਿਸੇ ਹੋਰ ਰਾਈਡਿੰਗ ਵਿੱਚ ਹੁੰਦਾ, ਕਿਸੇ ਹੋਰ ਕਮਿਊਨਿਟੀ ਵਿੱਚ ਬੜਾ ਆਉਣਾ ਸੀ ਉੱਭਰ ਕੇ। ਇਹ ਸਾਡੇ ਅਸੀਂ ਆ ਲੋਕ ਜਿਹੜੇ ਵੀ ਕਹਿਣ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਕਹਿਣਗੇ ਮਿੱਟੀ ਪਾਓ ਨਹੀਂ, ਛੱਡੋ। ਇਹ ਕਿਉਂ ਛੱਡੋ? ਇਹ ਕੋਈ ਘਰ ਦਾ, ਇਹ ਤੁਹਾਡਾ ਜੌਬ ਤੇ ਨਹੀਂ, ਅਰਨ ਤੇ ਨਹੀਂ ਕੀਤਾ, ਡਿਗਰੀ ਤੇ ਨਹੀਂ ਕੋਈ ਲਈ, ਤੁਸੀਂ ਕੋਈ ਕਾਲਜ ਤੇ ਨਹੀਂ ਗਏ ਇਸ ਕੰਮ ਲਈ, ਕੋਈ ਤੁਹਾਨੂੰ ਤੁਹਾਡਾ ਆਪਣਾ ਤਾਂ ਨਹੀਂ ਹੈਗਾ ਪ੍ਰੋਫੈਸ਼ਨ। ਇਹ ਲੋਕਾਂ ਵਾਸਤੇ ਕੰਮ ਕਰਦੇ ਪਏ। ਲੋਕਾਂ ਕੌਣ ਨੇ? ਲੋਕ ਤੁਹਾਡੇ ਵੋਟਰਸ ਨੇ। ਵੋਟਰਸ ਕੌਣ ਨੇ? ਜਿਨ੍ਹਾਂ ਤੁਹਾਨੂੰ ਉੱਥੇ ਪਹੁੰਚਾਇਆ ਤੇ ਜਿਨ੍ਹਾਂ ਤੁਹਾਨੂੰ ਰਿਸਪੌਂਸਿਬਿਲਟੀ, ਤੁਹਾਨੂੰ ਇਸ ਕਾਬਲ ਬਣਾਇਆ ਕਿ ਤੁਸੀਂ ਆਪਣੇ ਆਪ ਨੂੰ ਇਹੋ ਜਿਹੀ ਗੱਲ ਕਰ ਸਕੋ। ਸੋ ਇਹ ਸਾਰੀਆਂ ਗੱਲਾਂ, ਇਹ ਕਾਮਨ ਗੱਲਾਂ ਮੈਂ ਸੁਣਨਾ ਪਿਆ ਤੇ ਮੈਂ ਤੁਹਾਡੇ ਪ੍ਰੋਗਰਾਮ ਦੇ ਥਰੂ ਸਾਰਿਆਂ ਨੂੰ ਮੈਂ ਐਕਸਪਲੇਨ ਕਰਦਾ ਪਿਆ ਕਿ ਇਹ ਕੋਈ ਪਰਸਨਲ ਗੱਲ ਨਹੀਂ ਹੈਗੀ, ਇਹਦੇ ਵਿੱਚ ਅਸੀਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੇ ਪਏ। ਇਹ ਤਾਂ ਤੁਹਾਡੇ ਸਾਹਮਣੇ ਫੈਕਟ ਲਿਆ ਰਹੇ ਹਾਂ ਵੀ ਇਸ ਚੀਜ਼ ਨੂੰ ਸੋਚੋ, ਸਮਝੋ, ਇਸ ਚੀਜ਼ ਨੂੰ ਦੇਖੋ ਵੀ ਕਿਸ ਤਰੀਕੇ ਨਾਲ ਆਪਾਂ ਅੱਗੇ ਚੱਲਣਾ। ਹੁਣ ਤੁਹਾਨੂੰ ਮੈਂ ਅੱਗੇ ਚੱਲਣਾ ਵੀ ਮੈਂ ਹੈਲਥ ਦੇ ਇਸ਼ੂਜ਼ ਬਾਰੇ ਗੱਲ ਕਰਾਂ। ਜੀ ਜੀ ਜੀ। ਅੱਜ ਫॉर ਐਗਜ਼ਾਮਪਲ ਕਿ ਤੁਸੀਂ ਦੇਖੋ ਵੀ ਹੁਣ ਆਪਾਂ ਦੋਨੋਂ ਬੈਠੇ ਹਾਂ, ਮੈਂ ਲੇਟ, ਮੇਰੀ ਉਮਰ 67 ਸਾਲ ਹੈ ਜੀ। ਅੱਜ ਮੈਨੂੰ ਕੋਈ ਤੁਹਾਡੇ ਸਾਹਮਣੇ ਬੈਠੇ ਹੀ ਮੈਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਜੇ, ਮੈਂ ਫੋਨ ਕਰਾਂਗਾ, ਮੈਂ ਐਮਰਜੈਂਸੀ ਜਾਊਂਗਾ, ਸਰਵਿਸ ਮੈਨੂੰ ਮਿਲ ਜਾਣੀ ਹੈ ਕਿਸੇ ਨੂੰ ਵੀ। ਆਮ ਜਸਟ ਮਾਈ ਐਗਜ਼ਾਮਪਲ। ਜੇ ਤੁਹਾਨੂੰ ਕੋਈ ਹੈਗਾ ਮੈਂਟਲ ਹੈਲਥ ਇਸ਼ੂਜ਼, ਕੋਈ ਡਿਪਰੈਸ਼ਨ ਹੈ ਮੇਜਰ, ਕੋਈ ਤੁਹਾਨੂੰ ਡਰੱਗ ਦੇ ਇਸ਼ੂਜ਼ ਨੇ, ਜਸਟ ਫॉरगेट। ਤੁਹਾਨੂੰ ਲਾਈਨ ਮਿਲਣੀ, ਇੱਕ ਲਾਈਨ ਤੋਂ ਦੂਜੀ ਲਾਈਨ, ਦੂਜੀ ਲਾਈਨ ਤੋਂ ਤੀਜੀ ਲਾਈਨ, ਤੇ ਫਿਰ ਕਹਿਣਾ ਵੀ ਹੁਣ ਵੀਕਐਂਡ ਆ ਗਿਆ, ਤੁਹਾਨੂੰ ਕੋਈ ਹੋਰ ਆਨਸਰ ਕਰੇਗਾ, ਤੁਹਾਡੇ ਨਾਲ ਕੋਈ ਹੋਰ ਗੱਲ ਕਰੇਗਾ। ਇਹ ਜਿਹੜੇ ਇਸ਼ੂ ਨੇ ਇਹਦੇ ਬਾਰੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ। ਤੇ ਇੱਕ ਇਹਨਾਂ ਨੇ ਹੋਰ ਮਿਸਲੀਡਿੰਗ ਸਟੇਟਮੈਂਟ ਕੀਤੀ ਅਗੇਨ। ਮੈਂ ਬੜਾ ਹੈਰਾਨ ਸੀ ਵੀ ਐਡਾ ਵੱਡਾ ਝੂਠ ਬੋਲਣ ਦਾ ਤੇ ਕੋਈ ਮਤਲਬ ਨਹੀਂ ਹੈਗਾ। ਤੁਸੀਂ ਜਿਹੜੀ ਵੀ ਸਰਕਾਰ ਬਣਦੀ ਉਹ ਪੁਰਾਣਾ ਨਹੀਂ ਕਰਦੀ ਚੈੱਕ ਵੀ ਪੁਰਾਣੇ ਕਿਹੜੇ ਮੰਤਰੀ ਬਣੇ ਸਨ। ਮੈਂਟਲ ਹੈਲਥ ਦਾ ਸੀ ਮੈਂ ਮੰਤਰੀ 2001 ਦੇ ਵਿੱਚ, ਤੇ ਜਦੋਂ ਪ੍ਰੀਮੀਅਰ ਬੋਲਦਾ, ਇਹਨਾਂ ਦੇ ਐਮਐਲਏ ਬੋਲਦੇ ਨਹੀਂ, ਅਸੀਂ ਸਭ ਤੋਂ ਪਹਿਲਾਂ ਮਿਨਿਸਟਰ ਆਫ ਮੈਂਟਲ ਹੈਲਥ ਬਣਾਇਆ। ਮੈਂ ਕਿਹਾ ਝੂਠ ਬੋਲਣਾ ਅੱਜ ਤੇ ਕਰ ਦਿਓ ਬੰਦ। ਤੁਸੀਂ ਤੇ ਸਿਰਫ ਲਿਪ ਸਰਵਿਸ ਦਿੰਦੇ ਹੋ। ਸਰੀ ਦੇ ਵਿੱਚ ਤੁਸੀਂ ਕੋਈ ਸਰਵਿਸ ਨਹੀਂ ਪ੍ਰੋਵਾਈਡ ਕੀਤੀ ਕਿ ਜਿਹਦੇ ਨਾਲ ਲੋਕਾਂ ਨੂੰ ਕੋਈ ਉਹਦਾ ਹੌਸਲਾ ਮਿਲੇ, ਪਤਾ ਵੀ ਸਰਵਿਸ ਵਿੱਚ ਜਾਣਾ ਸੀ। ਜਿਹੜਾ ਕਲਚਰਲੀ ਸੈਂਸਿਟਿਵ ਗੱਲਾਂ ਨੇ ਉਹਨਾਂ ਨੂੰ ਤੁਸੀਂ ਪ੍ਰਮੋਟ ਨਹੀਂ ਕੀਤਾ। ਜਿਹੜੇ ਮੈਂਟਲ ਹੈਲਥ ਇਸ਼ੂਜ਼ ਨੇ ਉਹਨਾਂ ਬਾਰੇ ਗੱਲ ਨਹੀਂ ਕੀਤੀ, ਲੋਕਾਂ ਨੂੰ ਆ ਕੇ ਐਕਸਪਲੇਨ ਨਹੀਂ ਕੀਤਾ। ਇਹਦੇ ਨਾਲ ਮੈਂ ਦੱਸਣਾ ਕਿ ਜਿਹੜਾ ਵੀ ਹਰ ਚੌਥਾ ਬੰਦਾ, ਡਜ਼ਨਟ ਮੈਟਰ ਵੀ ਕਿਹੜੀ ਕਮਿਊਨਿਟੀ ਦਾ, ਕਿਸੇ ਵੀ ਕੌਮ ਦਾ ਹੋਏ, ਉਹਨਾਂ ਨੇ ਕਦੀ ਨਾ ਕਦੀ ਜਿਹੜੀ ਮਾਨਸਿਕ ਰੋਗ ਉਹਨਾਂ ਨੂੰ ਆਉਣੇ ਨੇ। ਹੋ ਸਕਦਾ ਥੋੜ੍ਹੇ ਆਉਣ, ਹੋ ਸਕਦਾ ਜ਼ਿਆਦਾ ਆਉਣ, ਪਰ ਉਹ ਨਾ ਤਾਂ ਕੋਈ ਕਲਚਰ ਵਹਿੰਦਾ, ਨਾ ਕੋਈ ਧਰਮ ਵਹਿੰਦਾ, ਨਾ ਇਨਕਮ ਵਹਿੰਦਾ, ਨਾ ਐਜੂਕੇਸ਼ਨ ਵਹਿੰਦਾ, ਨਾ ਕੋਈ ਇਲਾਕਾ ਵੇਖਦਾ। ਉਹ ਸਾਰਾ ਜਿਹੜਾ ਨਾ ਉਹ ਇਸ਼ੂ ਜਿਹੜਾ ਨਾ ਟੋਟਲੀ ਦਬਾ ਦਿੱਤਾ ਗਿਆ, ਉਹ ਬਾਹਰ ਨਹੀਂ ਆਇਆ। ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਕਿੰਨੇ ਦਿਨ ਨੇ, ਹੁਣ 11 ਦਿਨ ਹੋ ਗਏ ਨੇ, ਇੱਕ ਦਿਨ ਵੀ ਇਹਨਾਂ ਨੇ ਇਸ ਗੱਲ ਬਾਰੇ ਗੱਲ ਨਹੀਂ ਕੀਤੀ। ਮੈਂ ਇਹਨਾਂ ਦੇ ਮੰਤਰੀ ਨੂੰ ਚੈਲੰਜ ਕਰਨਾ ਤੁਹਾਡੇ ਥਰੂ, ਮੇਰੇ ਨਾਲ ਡਿਬੇਟ ਕਰਨ ਆ ਗਏ ਵੀ ਇਹਨਾਂ ਨੇ ਪਿਛਲੇ 3.5 ਸਾਲਾਂ 'ਚ ਕਿਹੜੀ ਮੈਂਟਲ ਹੈਲਥ ਇਸ਼ੂਜ਼ ਪ੍ਰੋਵਾਈਡ ਕੀਤੇ ਨੇ। ਸਰੀ ਦੇ ਵਿੱਚ ਪੈਨਾਰਾਮਾ ਜਿਹੜੀ ਮੇਰੀ ਸਾਡੇ ਵਾਲੀ ਰਾਈਡਿੰਗ, ਉਹਦੇ ਵਿੱਚ ਕਿਹੜਾ ਇਹਨਾਂ ਨੇ ਕੰਮ ਕੀਤਾ। ਜਦੋਂ ਇਹ ਆਪਣੇ ਆਪ ਨੂੰ ਉੱਥੇ ਗੱਡੀ ਚਲਾ ਕੇ ਆਉਣਗੇ, ਆਪ ਸਾਰੇ ਟ੍ਰੈਫਿਕ ਦੇ ਵਿੱਚੋਂ ਲੰਘ ਕੇ ਆਉਣਾ, ਪਹਿਲਾਂ 99 ਤੋਂ ਵਿੱਚ ਫਸਣਾ, ਫਿਰ ਆ ਕੇ ਉਹ ਜਿਹੜਾ ਕਨੈਕਟਰ ਉਹਦੇ 'ਤੇ ਦੇਰ ਲੱਗਣੀ ਹੈ, ਫਿਰ ਨੰਬਰ 10 ਹਾਈਵੇ ਆਉਣਾ, ਫਿਰ ਉਸ ਤੋਂ ਬਾਅਦ ਆ ਕੇ ਕਿਸੇ ਸਕੂਲ ਵਿੱਚ ਜਾਣ, ਦੇਖਣ ਦੇ ਸੀ ਵੀ ਪੋਰਟੇਬਲਸ ਕਿਉਂ ਲਾਏ ਨੇ।
ਤੁਸੀਂ ਐਡੀ ਵੱਡੀ ਗੱਪ ਮਾਰ ਕੇ ਝੂਠ ਮਾਰ ਕੇ, ਮੈਂ ਰਿਪੀਟ ਝੂਠ ਵਜ਼ਨ ਕਰਨਾ ਕਿ ਇਹਨਾਂ ਦਾ ਮਿਡਲ ਨਾਂ ਹੀ ਉਹੀ ਹੈ ਝੂਠ ਦਾ। ਇਹ ਭੰਡਾਰ ਨੇ ਸਾਰੇ ਵੀ ਅਸੀਂ ਜੀ ਤੁਹਾਨੂੰ ਅਸੀਂ ਸਕੂਲ ਬਣਾਵਾਂਗੇ, ਪੋਰਟੇਬਲਸ ਨਾ ਹੋਣਗੇ, ਉਹ ਵੀ ਇਹਨਾਂ ਨੇ ਵਾਅਦਾ ਤੋੜਿਆ। ਸੋ ਇਹਨਾਂ ਦੀ ਜਿਹੜੀਆਂ ਇਹਨਾਂ ਦਾ ਸਮਾਨ ਹੈ ਝੂਠ ਬੋਲਣ ਵਾਲਾ, ਤੇ ਜਿਹੜੇ ਇਹਨਾਂ ਦੇ ਅਸਲੀ ਕੰਮ ਨੇ, ਜਿਹੜੇ ਵੀ ਇਹਨਾਂ ਕੋਈ ਟਰਾਈ ਵੀ ਕੀਤੀ ਹੋਣੀ, ਉਹ ਵੀ ਨਹੀਂ ਸਾਹਮਣੇ ਆ ਰਹੇ। ਇੱਕ ਗੱਲ ਦਾ ਤਾਂ ਮੈਂ ਜ਼ਰੂਰ ਦਿਆਂਗਾ ਕ੍ਰੈਡਿਟ, ਕਿਉਂਕਿ ਕੋਵਿਡ-19 ਦੇ ਵਿੱਚ ਇਹਨਾਂ ਨੇ ਜਿਹੜਾ ਇਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਨਾਲ ਕੀਤਾ ਹੈਂਡਲ। ਉਹ ਤੇ ਕੋਈ ਇਸ਼ੂ ਨਹੀਂ ਹੈਗਾ, ਕਿਉਂਕਿ ਉਹ ਨੌਨ ਪਾਰਟੀਸਨ ਇਸ਼ੂ ਸੀ ਜੀ। ਜਿਹੜਾ ਵੀ ਬੰਦਾ ਘਰ ਦਾ ਕੋਈ ਹੈੱਡ ਹੁੰਦਾ, ਫॉर ਐਗਜ਼ਾਮਪਲ ਤੁਹਾਡੇ ਘਰ ਦੇ ਵਿੱਚ ਕੋਈ ਜਾਂ ਮੇਰੇ ਘਰ ਵਿੱਚ ਕੋਈ ਕੰਮ ਚੰਗਾ ਹੋ ਰਿਹਾ, ਤੇ ਭਾਵੇਂ ਮੇਰੇ ਬੱਚੇ ਕਰਨ, ਭਾਵੇਂ ਮੇਰੀ ਫੈਮਿਲੀ ਕਰੇ, ਤੇ ਮੈਨੂੰ ਤਾਂ ਉਹਦਾ ਥੋੜ੍ਹਾ ਬਹੁਤਾ ਕ੍ਰੈਡਿਟ ਮਿਲ ਹੀ ਜਾਣਾ। ਜਿਹੜਾ ਬਾਕੀ ਲੋਕਾਂ ਦਾ ਕੰਮ ਸੀ ਕ੍ਰੈਡਿਟ, ਉਹ ਇਹਨਾਂ ਨੇ ਲੈਣ ਦੀ ਟਰਾਈ ਕੀਤੀ। ਇੱਕ ਮੈਂ ਤੇ ਹੋਰ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਇੱਕ ਜਗ੍ਹਾ 'ਤੇ ਮੈਂ ਗਿਆ ਸੀ, ਉਹਨਾਂ ਨੇ ਮੈਂਸ਼ਨ ਕੀਤਾ ਵੀ ਇੱਕ ਰਿਊਮਰ ਇਹਨਾਂ ਨੇ ਹੋਰ ਉਠਾਈ ਹੈ ਕਿ ਅਸੀਂ ਨਾ ਜੇ ਲਿਬਰਲ ਗਵਰਨਮੈਂਟ ਆ ਗਈ ਤੇ ਤੁਹਾਡੀ ਹੈਲਥ ਕੇਅਰ ਕੱਟੀ ਜਾਣੀ ਹੈ, ਤੁਹਾਡੀ ਐਜੂਕੇਸ਼ਨ ਕੱਟ ਦੇਣੀ ਇਹਨਾਂ ਨੇ, ਪਲੱਸ ਇਹਨਾਂ ਨੇ ਕਿਹਾ ਵੀ ਜਿਹੜਾ ਡਾਕਟਰ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਵੀ ਇਹਨਾਂ ਨੇ ਬਦਲ ਦੇਣਾ। ਐਕਚੁਅਲੀ ਉਹ ਜਿਹੜੇ ਡਾਕਟਰ ਬੌਨੀ ਹੈਨਰੀ ਨੇ, ਉਹ ਸਾਡੀ ਜਿਹੜੀ ਲਿਬਰਲ ਗਵਰਨਮੈਂਟ ਨੇ ਕੀਤੇ ਸੀ ਹਾਇਰ, ਉਹ ਤੇ ਪ੍ਰੋਫੈਸ਼ਨਲ ਲੋਕ ਨੇ, ਉਹਨਾਂ ਨੇ ਆਪਣਾ ਜੌਬ ਕਰਨਾ, ਉਹਨਾਂ ਦਾ ਐਕਸਲੈਂਟ ਜੌਬ ਕੀਤਾ, ਕੋਈ ਇਸ਼ੂ ਨਹੀਂ। ਉਹ ਗੱਲਾਂ ਕਿਉਂ ਫੈਲਾ ਰਹੇ ਹੋ? ਇਹ ਜਿਹੜੀ ਨਾ ਖਾਸ ਕਰਕੇ ਜਿਹੜੀ ਗੌਸਿਪ ਕੈਂਪੇਨ ਹੈ ਜਾਂ ਜਿਹੜਾ ਵਟਸਐਪ 'ਤੇ ਇਨਫੋਰਮੇਸ਼ਨ ਗਲਤ ਪਹੁੰਚਾਉਂਦੇ ਨੇ ਵੀ ਆਹ ਠੀਕ ਨਹੀਂ, ਉਹ ਠੀਕ ਨਹੀਂ, ਜਿੰਨੀ 28 ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਨੇ ਨਾ, ਇਹਨਾਂ ਨੂੰ ਇਹ ਸਮਝਦੇ ਨੇ ਵੀ ਫੇਕ ਨਿਊਜ਼ ਜਿਹੜੀ ਹੈ ਨਾ, ਉਹ 'ਤੇ ਅਸੀਂ ਲੋਕਾਂ ਨੂੰ ਇੰਪ੍ਰੈਸ ਕਰ ਲਾਂਗੇ। ਮੈਂ ਇਹਨਾਂ ਨੂੰ ਇੱਕ ਹੋਰ ਸਵਾਲ ਪੁੱਛਣਾ ਅੱਜ, ਬਹੁਤ ਸਿੰਪਲ ਸਵਾਲ ਪੁੱਛਣਾ ਵੀ ਤੁਸੀਂ ਬਾਹਰੋਂ ਤੇ ਲੋਕੀ ਆ ਨਹੀਂ ਰਹੇ, ਟਰੈਵਲ ਕਰਨ 'ਤੇ ਰਿਸਟ੍ਰਿਕਸ਼ਨ ਨੇ, ਬਾਰਡਰ ਸਾਡਾ ਬੰਦ ਪਿਆ ਕੋਵਿਡ-19 ਕਰਕੇ, ਸਕੂਲ 'ਚ ਬੱਚੇ ਪੂਰੇ ਜਾ ਨਹੀਂ ਸਕਦੇ, ਆਫਿਸ ਵਿੱਚ ਕੋਈ ਜਾ ਨਹੀਂ ਸਕਦਾ, ਸ਼ਾਪਿੰਗ ਕਰਨ ਤੁਸੀਂ ਪੂਰਾ ਨਹੀਂ ਜਾ ਸਕਦੇ, ਡਿਸਟੈਂਸ ਮੇਨਟੇਨ ਕਰਨਾ ਪੈਂਦਾ, ਕੰਮ ਤੁਹਾਡੇ ਕੋਲ ਲੋਕਾਂ ਕੋਲ ਮੁਸ਼ਕਲ ਹੈ ਨਹੀਂ, ਬੱਚਿਆਂ ਨੂੰ ਪ੍ਰੋਬਲਮ ਪਈ ਹੈ। ਤੁਸੀਂ ਆ ਜਿਹੜਾ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ, ਇਹ ਕਿਸ ਬੇਸ 'ਤੇ ਕੀਤਾ? ਇਹ ਕੀ ਇਹਦਾ ਇਹ ਮੁੱਦਾ ਕੀ ਤੁਹਾਡਾ? ਅਤੇ ਨਾਲੇ ਇਹ ਤੁਹਾਨੂੰ ਫੈਡਰਲ ਗਵਰਨਮੈਂਟ ਦੇ ਪੈਸੇ ਮਿਲਦੇ ਪਏ ਨੇ। ਮੈਂ ਤੁਹਾਡੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਵੀ ਟਰੂਡੋ ਦੇ ਪੈਸੇ ਫੈਡਰਲ ਗਵਰਨਮੈਂਟ ਨੇ, ਟਰੂਡੋ ਦੇ ਨਹੀਂ ਕਹਿਣਾ ਚਾਹੀਦਾ, ਜਸਟ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਸਰਕਾਰ ਦੇ ਪੈਸੇ ਆ ਰਹੇ ਨੇ, ਉਹ ਟਰਾਂਸਫਰ ਹੋ ਰਹੇ ਨੇ, ਉਹਦੇ ਨਾਂ 'ਤੇ ਰਿਬਨ ਕੱਟੇ ਜਾ ਰਹੇ ਨੇ। ਪਰ ਇਹ ਨਹੀਂ ਸੋਚਦੇ ਪਏ ਕਿ ਇਹ ਤੁਹਾਡਾ ਕੀ ਇਹਦੇ ਵਿੱਚ ਹੈਗੀ ਦੇਣ। ਤੁਸੀਂ ਤਾਂ $1000 ਪਤਾ ਨਹੀਂ ਇਹਨਾਂ ਨੇ ਕਿਸ ਤਰੀਕੇ ਨਾਲ ਪੇ ਕੀਤਾ। ਪਰ ਇੰਨਾ ਕਿਉਂ ਨਹੀਂ ਕਰਦੇ ਵੀ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰੋ, ਲੋਕਾਂ ਨੂੰ ਇਨਫੋਰਮੇਸ਼ਨ ਦਿਓ, ਲੋਕਾਂ ਨੂੰ ਮਿਲੋ। ਇਹ ਕੋਵਿਡ-19 ਦੇ ਵਿੱਚ ਜਿਹੜਾ ਕਿ ਮੈਂਟਲ ਹੈਲਥ ਦਾ ਐਡਾ ਵੱਡਾ ਇਸ਼ੂ ਹੈ, ਉਹਨੂੰ ਤਾਂ ਇਹਨਾਂ ਨੇ ਧਿਆਨ ਹੀ ਨਹੀਂ ਕੀਤਾ। ਸੋ ਆ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹ ਵੇਖ ਕੇ ਮੈਂ ਸਮਝਦਾ ਕਿ ਜਿਹੜੇ ਸਰੀ ਦੇ ਲੋਕ ਨੇ, ਆਪਣੇ ਜਿਹੜੇ ਸਾਰੀਆਂ ਕਮਿਊਨਿਟੀਜ਼ ਦੇ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਅਤੇ ਮੈਂ ਉਹਨਾਂ ਨੂੰ ਮੈਂ ਰਿਕੁਐਸਟ ਕਰਨਾ ਕਿ ਸਰੀ ਪੈਨਾਰਾਮਾ ਦੇ ਵਿੱਚ ਮੈਂ ਉੱਥੇ ਖੜ੍ਹਾ, ਮੈਂ ਆਪਣੀ ਸਰਵਿਸ ਅੱਗੋਂ ਪ੍ਰੋਵਾਈਡ ਕਰਨ ਲਈ ਤਿਆਰ ਹਾਂ। ਮੈਂ ਰਿਕੁਐਸਟ ਕਰਨਾ ਕਿ ਤੁਸੀਂ ਇਸ ਚੀਜ਼ ਸਾਰੀ ਦੇਖੋ, ਮੇਰਾ ਰੈਕਡ ਦੇਖੋ, ਪੁਰਾਣਾ ਪ੍ਰੈਜ਼ੈਂਟ ਦੇਖੋ, ਅਤੇ ਫਿਊਚਰ ਜਿਹੜਾ ਹੁੰਦਾ ਨਾ, ਦੋਨਾਂ ਚੀਜ਼ਾਂ 'ਤੇ ਹੁੰਦਾ ਡਿਪੈਂਡ। ਅਤੇ ਤੁਸੀਂ ਇਹਦੇ ਨਾਲ ਜਿਹੜੀ ਮੇਰੀ ਸਰਵਿਸ ਦੇਖੋ, ਪਲੱਸ ਮੇਰੀ ਕਮਿਟਮੈਂਟ ਹੈਗੀ ਹੈ, ਅਤੇ ਬਸ ਮੈਂ ਤੁਹਾਡੇ ਵਾਸਤੇ ਕੰਮ ਕਰਨ ਲਈ ਜਾ ਰਿਹਾ। ਐਕਚੁਅਲੀ ਇਹਦੇ ਵਿੱਚੋਂ ਕੋਈ ਦੋ ਰਾਏ ਨਹੀਂ ਹੈਗੀਆਂ, ਕੋਈ ਗੱਲ ਨਹੀਂ ਹੈਗੀ ਵੀ ਕੋਈ ਇਹਦੇ ਵਿੱਚੋਂ ਹੋਰ ਕੋਈ ਕੱਢਣਾ ਪਾਉਣਾ। ਇਸ ਏਜ ਦੇ ਵਿੱਚ ਮੈਂ ਫੁੱਲੀ ਇਸ ਕੰਮ ਲਈ ਡਿਵੋਟਡ ਹਾਂ ਕਿ ਮੈਂ ਸਰਵਿਸ ਕਰਾਂ, ਅਤੇ ਸਰਵਿਸ ਤਾਂ ਹੋਣੀ ਹੈ ਕਿ ਤੁਸੀਂ ਮੈਨੂੰ ਸਪੋਰਟ ਕਰੋਗੇ, ਅਤੇ ਮੈਂ ਤੁਹਾਡੀ ਆਵਾਜ਼ ਬਣ ਕੇ ਜਾਣਾ। ਤੁਹਾਡੇ ਫੈਸਲੇ ਕੀਤੇ ਹੋਏ ਉੱਥੇ ਪਹੁੰਚਾਉਣੇ ਨੇ, ਉੱਥੋਂ ਦੇ ਫੈਸਲੇ ਆ ਕੇ ਮੈਂ ਤੁਹਾਡੇ 'ਤੇ ਥੋਪਣੇ ਨਹੀਂ, ਨਾ ਹੀ ਤੁਹਾਨੂੰ ਮੈਂ ਬੁਲੀ ਕਰਨਾ। ਮੈਨੂੰ ਵੇਖਿਆ, ਮੈਂ ਸੁਣਿਆ ਵੀ ਇਹ ਜਿਹੜਾ ਪ੍ਰੈਜ਼ੈਂਟ ਜਿਹੜਾ ਸਟਰਕਚਰ, ਇਹ ਇੱਕ ਦੂਜੇ ਨੂੰ ਇਹ ਇਨਫੋਰਮੇਸ਼ਨ ਦੇਣ ਦੀ ਬਜਾਏ ਅਗਲੇ ਦੇ ਗੱਲ ਪੈਣ ਨੂੰ ਫਿਰਦੇ ਅਸੀਂ ਸਾਡੇ ਵਾਲੇ ਇੱਕ ਮੈਂ ਨਾਂ ਨਹੀਂ ਲੈਣਾ, ਉਹ ਤਾਂ ਸਮਝਦੇ ਨੇ ਵੀ ਐਵੇਂ ਨੇ ਲੋਕ, ਤੁਸੀਂ ਇਹ ਗੱਲ ਕਿਉਂ ਕਰਦੇ ਪਏ ਹੋ। ਇੱਕ ਪਿਛਲੇ ਹਫ਼ਤੇ ਮੈਂ ਕੈਂਪੇਨ ਦੇ ਦਰਮਿਆਨ ਦੇ ਦੌਰਾਨ ਮੈਂ ਗੈਦਰਿੰਗ 'ਚ ਗਿਆ। ਅੱਛਾ ਜੀ। ਐਂਡ ਉਹ ਗੈਦਰਿੰਗ ਦੂਸਰੀ ਸਾਡੀ ਹੋਰ ਕਮਿਊਨਿਟੀ ਦਾ ਸਾਡਾ ਭਾਈਚਾਰਾ, ਉਹ ਸਾਡਾ ਹਿੱਸਾ ਨੇ, ਉਹਨਾਂ ਦੀ ਸਰੀ ਦੇ ਵਿੱਚ ਉਹਨਾਂ ਦੀ ਕਿਸੇ ਨੇ ਪੁੱਛਿਆ ਵੀ ਇਹਨਾਂ ਨੇ ਆਪ ਹੀ ਜਿਹੜਾ ਸਾਡਾ ਕੈਂਡੀਡੇਟ
ਦੂਸਰੀ ਪਾਰਟੀ ਦੇ, ਇਹਨਾਂ ਨੇ ਪੁੱਛਿਆ ਵੀ ਤੁਸੀਂ ਉਹਦੀ ਕੀ ਸਪੋਰਟ ਕਰਦੇ ਹੋ, ਉਹ ਤੁਹਾਡਾ ਕਿਉਂ ਸਕਾ। ਉਹਨਾਂ ਦਾ ਜਵਾਬ ਸੀ ਵੀ ਇਹੋ ਜਿਹੀਆਂ ਗੱਲਾਂ ਇਸ ਮੁਲਕ 'ਚ ਨਾ ਕਰੋ, ਤੁਸੀਂ ਚੁੱਪਚਾਪ ਆਪਣੀ ਪਾਰਟੀ ਦਾ ਪਲੇਟਫਾਰਮ ਲੋਕਾਂ ਨੂੰ ਐਕਸਪਲੇਨ ਕਰੋ ਤੇ ਤੁਸੀਂ ਆਪਣੀਆਂ ਵੋਟਾਂ ਲਓ, ਲੋਕੀ ਫੈਸਲਾ ਕਰਨਗੇ ਵੀ ਕਿਹਦਾ ਸਕਾ ਤੇ ਕੀ ਨਹੀਂ ਸਕਾ। ਇਹੋ ਜਿਹੀ ਜਿਹੜੀ ਬੋਲੀ ਹੈ ਨਾ, ਇਹ ਸ਼ੋਭਾ ਨਹੀਂ ਦਿੰਦੀ ਸਾਨੂੰ। ਸੋ ਵੈਰੀ ਆਈ ਥਿੰਕ ਇਟਸ ਵੈਰੀ ਨੈਗੇਟਿਵ ਐਂਡ ਆਈ ਥਿੰਕ ਇਟਸ ਅ ਡੈਸਪਰੇਟ ਅਟੈਂਪਟ। ਮੈਂ ਸਮਝਦਾ ਵੀ ਇਹ ਹਾਰ ਦੀ ਵੱਡੀ ਨਿਸ਼ਾਨੀ ਹੈ ਤੇ ਕਾਬਰ ਗਏ ਨੇ ਵੀ ਆਹ ਕੀ ਹੋ ਗਿਆ। ਮੈਂ ਹੁਣ ਇੱਕ ਗੱਲ ਮੈਂ ਭੁੱਲ ਗਿਆ ਸੀ ਕਿ ਆਪਣਾ ਕਿ ਆਪਣਾ PST ਦਾ ਬੜੀ ਵੱਡੀ ਅਨਾਉਂਸਮੈਂਟ ਹੋਈ ਜੀ। ਅਸੀਂ ਕਿਹਾ ਕਿ ਪਹਿਲੇ ਸਾਲ ਅਸੀਂ PST ਨਹੀਂ ਲਾਣਾ ਤੇ ਉਹਦੇ ਨਾਲ ਲਾਸ ਤੇ ਹੋਣਾ, ਕਿਉਂਕਿ ਜਿਹੜੇ ਉਹਦਾ ਟੈਕਸ ਆਉਂਦਾ ਉਹ ਟੈਕਸ ਅਲਟੀਮੇਟਲੀ ਤੇ ਲੋਕਾਂ ਨੂੰ ਪੇ ਕਰਨਾ ਪੈਂਦਾ। ਪਰ ਜਿਹੜਾ 7% ਜਿਹੜਾ ਨਾ ਉਹ ਹਰ ਇੱਕ ਵਾਸਤੇ, ਕੋਈ ਅਮੀਰਾਂ ਵਾਸਤੇ ਨਹੀਂ ਹੈਗਾ। ਇਹਨਾਂ ਨੇ ਕਿਹਾ ਵੀ ਇਹ ਜੀ ਜਿਹਨਾਂ ਦੇ ਵੱਡੇ ਵੱਡੇ ਘਰ ਨੇ ਜਾਂ ਜਿਹੜੀ ਜ਼ਿਆਦਾ ਇਨਕਮ ਹੈ ਉਹਨਾਂ ਵਾਸਤੇ, ਉਹ ਟਰੂ ਨਹੀਂ ਹੈਗਾ। ਇਹ ਸਿਰਫ ਉਹਨਾਂ ਵਾਸਤੇ, ਹਰ ਇੱਕ ਇਨਸਾਨ ਜਿਹੜਾ ਵੀ ਕੋਈ ਚੀਜ਼ ਵੀ ਖਰੀਦਦਾ ਉਹਨੂੰ 7% ਦਾ ਫਾਇਦਾ ਹੋਏ। ਐਵਰੇਜ ਫੈਮਿਲੀ ਨੂੰ $1400 ਦਾ ਫਾਇਦਾ ਹੋਣਾ ਤੇ ਜੇ ਤੁਸੀਂ ਕੋਈ ਕੰਸਟਰਕਸ਼ਨ ਕਰਦੇ ਪਿਓ, ਕੋਈ ਰੈਨੋਵੇਸ਼ਨ ਕਰਦੇ ਪਿਓ, ਤੁਹਾਨੂੰ 18-19 ਦਾ ਫਾਇਦਾ। ਸੋ ਉਹ ਤੁਹਾਡੇ ਪੈਸੇ ਨੇ, ਤੁਸੀਂ ਖਰਚਣੇ ਨੇ, ਇਕਾਨਮੀ ਨੇ ਮੂਵ ਕਰਨਾ, ਫਿਰ ਤੁਹਾਡੇ ਕੋਲ ਹੀ ਆਉਣੇ ਨੇ ਵਾਪਸ ਤੋਂ ਸਰਕੂਲੇਸ਼ਨ 'ਚ ਲਿਆਉਣ ਵਾਸਤੇ। ਇਹ ਸਾਰੇ ਬੋਲਡ ਸਟੈਪ ਕਰਨੇ ਪੈਣੇ। ਟੂ ਸਮ ਅਪ ਜੀ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਮੇਜਰ ਅਨਾਉਂਸਮੈਂਟਸ ਨੇ, ਜਿਸ ICBC ਦੀ ਅੱਜ ਹੋਈ ਹੈ, ਬ੍ਰਿਜਸ ਦੀ ਕੱਲ੍ਹ ਹੋਈ ਸੀ, ਆਪਣੀ ਜਿਹੜੀ ਇਹਦੀ PST ਦੀ ਪਿਛਲੇ ਹਫਤੇ ਹੋਈ ਸੀ, ਅਤੇ ਇਸ ਤੋਂ ਇਲਾਵਾ ਸੀਨੀਅਰਸ ਦੀ ਮੈਂ ਗੱਲ ਹੀ ਨਹੀਂ ਕਰ ਸਕਿਆ, ਉਹ ਮੈਂ ਭੁੱਲ ਹੀ ਗਿਆ। ਫਿਰ ਜਿਹੜੀ ਸੀਨੀਅਰਸ ਦੀ ਜਿਹੜੀ ਸੀ ਅਨਾਉਂਸਮੈਂਟ ਹੋਈ ਸੀ ਸੰਡੇ, ਉਹ ਬੜੀ ਜ਼ਰੂਰੀ ਅਨਾਉਂਸਮੈਂਟ ਹੈ ਕਿਉਂਕਿ ਪਾਪੂਲੇਸ਼ਨ ਆਪਣੀ ਗਰੋ ਹੋ ਰਹੀ ਹੈ, ਏਜ ਵੱਧਦੀ ਪਈ ਹੈ। COVID-19 'ਚ ਆਪਾਂ ਨੇ ਦੇਖਿਆ ਕਿ ਸੀਨੀਅਰ ਜਿਨ੍ਹਾਂ ਨੂੰ ਅੰਡਰਲਾਈਂਗ ਮੈਡੀਕਲ ਕੰਡੀਸ਼ਨ ਸੀ, ਕਿੰਨੀਆਂ ਪ੍ਰੋਬਲਮ ਆਈਆਂ। ਪਰ ਜੇ ਅਸੀਂ ਸੀਨੀਅਰਸ ਨੂੰ ਆਪਣੇ ਘਰ ਰੱਖਣਾ ਲੰਬੇ ਸਮੇਂ ਵਾਸਤੇ, ਉਹਦੇ ਵਾਸਤੇ ਫੈਮਲੀਜ਼ ਨੂੰ ਅਤੇ ਸੀਨੀਅਰਸ ਨੂੰ ਬੜੀ ਜ਼ਰੂਰਤ ਹੈ। ਉਹਦੇ ਵਾਸਤੇ ਇੱਕ ਟੈਕਸ ਕ੍ਰੈਡਿਟ ਕਿਹਾ ਕਿ ਅਸੀਂ $7,000 ਜੇ ਤੁਸੀਂ ਹੋਮ ਕੇਅਰ ਸਰਵਿਸਿਜ਼ ਯੂਜ਼ ਕਰਦੇ ਪਿਓ ਐਂਡ ਯੂ ਕੈਨ ਕਲੇਮ ਦੈਟ। ਉਹ ਬੜੀ ਅੱਛੀ ਪਾਲਿਸੀ ਹੋਈ। ਪਲੱਸ ਕਿਹਾ ਵੀ ਪਾਪੂਲੇਸ਼ਨ ਦੇਖੋ ਕਿਸ ਹਿਸਾਬ ਨਾਲ ਵੱਧਦੀ ਪਈ ਹੈ, ਉਹ ਅੱਗੇ ਵਾਸਤੇ ਆਪਾਂ ਨੂੰ ਸੋਚਣਾ ਪੈਣਾ। ਉਹਦੇ ਵਾਸਤੇ ਜਿਹੜੇ ਪਰਸਨਲ ਕੇਅਰ ਹੋਮਸ ਨੇ ਉਹਨਾਂ ਵਾਸਤੇ ਜਿਹੜੀ ਫੰਡਿੰਗ ਹੈ $1.4 ਬਿਲੀਅਨ ਐਡੀਸ਼ਨਲ ਪ੍ਰੋਵਾਈਡ ਕਰਨੀ ਹੈ। ਪੈਸੇ ਤੇ ਟੈਕਸ ਪੇਅਰ ਦੇ ਨੇ, ਪਰ ਕਿਸੇ ਨਾ ਕਿਸੇ ਪਾਸੇ ਨਿਸ਼ਾਨਾ ਤੇ ਹੋਵੇ ਵੀ ਕਰਨਾ ਕੀ ਹੈ। ਜਿਸ ਤਰ੍ਹਾਂ ਇਹਨਾਂ ਦਾ ਅਗਾਂਹ ਵਧੂ ਜਾਂ ਲੰਬੇ ਸਮੇਂ ਵਾਸਤੇ ਸੋਚਣੀ ਹੈਗੀ। ਸਾਡਾ ਜਿਹੜਾ ਕੰਮ ਹੈ, ਅਸੀਂ ਸਾਰੇ ਜਿਹੜੀਆਂ ਪਾਲਿਸੀਜ਼ ਅਨਾਉਂਸ ਕਰਨੇ ਪਏ ਹਾਂ ਦੇ ਉਹ ਪੂਰੀ ਉਹਨਾਂ ਨੂੰ ਕਾਸਟ ਅਟੈਚ ਹੈ, ਕਾਸਟ ਦੇ ਨਾਲ ਉਹਨਾਂ ਦੀ ਪਲੈਨਿੰਗ ਅਟੈਚ ਹੈ। ਅਤੇ ਇਹ ਨਹੀਂ ਕੱਲ੍ਹ ਨੂੰ ਕਹਿ ਸਕਦੇ ਵੀ ਸਾਡੀ ਪਾਰਟੀ ਵਾਲੇ ਜਾਂ ਅਸੀਂ ਵੀ ਸਾਨੂੰ ਪਤਾ ਨਹੀਂ ਸੀ ਆਹ ਕੀ ਹੋਣਾ, ਇਹ ਕੀ ਹੋਣਾ। ਆਉਣ ਵਾਲੇ ਸਮੇਂ 3-4 ਸਾਲ ਇਕਾਨਮੀ ਦੇ ਵਿੱਚ ਡੈਫੀਸਿਟ ਤੇ ਨੈਚੁਰਲ ਹੈ ਕਿਉਂਕਿ ਦੁਨੀਆ ਸਾਰੀ ਵਿੱਚ ਪ੍ਰੋਬਲਮ ਆਈ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਮੈਨੂੰ ਸੁਣਿਆ, ਮੇਰੀ ਗੱਲ ਸੁਣੀ ਹੈ, ਮੇਰੇ ਬਾਰੇ ਸਾਰਾ ਕੁਝ ਪੜ੍ਹੋ। ਮੇਰੀ ਜਿਹੜੀ ਪਰਸਨਲ ਪੋਲੀਟੀਕਲ ਅਤੇ ਜਿਹੜੀ ਮੇਰੀ ਪ੍ਰੋਫੈਸ਼ਨਲ ਜਿਹੜੀ ਲਾਈਫ ਹੈ ਉਹਦੇ ਸਾਰੇ ਪੰਨੇ ਤੁਹਾਡੇ ਸਾਹਮਣੇ ਨੇ A to Z। ਸੋ ਦੇਖ ਕੇ ਸਾਰਾ, ਅਤੇ ਮੈਂ ਹੋਪ ਕਰਨਾ ਕਿ ਤੁਸੀਂ ਮੈਨੂੰ ਸਪੋਰਟ ਕਰੋਗੇ ਅਤੇ October 24 ਨੂੰ ਮੈਨੂੰ MLA ਬਣਾ ਕੇ ਅਤੇ ਵਿਕਟੋਰੀਆ ਭੇਜੋਗੇ। ਮੈਂ ਤੁਹਾਡੀ ਆਵਾਜ਼ ਬਣਾਂਗਾ। ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਜੀ। ਥੈਂਕ ਯੂ। ਦੱਸੋ ਡਾਕਟਰ ਗੁਰਦਾਸ ਸਿੰਘ ਚੀਮਾ ਦੇ ਵਿਚਾਰ ਤੁਸੀਂ ਸੁਣੇ। ਉਹਨੇ ਪ੍ਰੋਗਰਾਮ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਜਿੱਥੇ ਲਿਬਰਲ ਪਾਰਟੀ ਬਾਰੇ, ਆਪਣੇ ਬਾਰੇ, ਪਲੇਟਫਾਰਮ ਬਾਰੇ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ। ਸੋ ਪੁਰਾਣੇ ਸਿਆਸਤ ਦੇ ਵਿੱਚ ਰਹੇ ਨੇ ਡਾਕਟਰ ਗੁਲਜ਼ਾਰ ਚੀਮਾ ਜੀ। ਸਿਆਸਤ ਉਹਨਾਂ ਦੇ ਲਈ ਕੋਈ ਨਵੀਂ ਨਹੀਂ ਹੈ। ਉਹਨਾਂ ਦਾ ਜਿੱਦਾਂ ਉਹਨਾਂ ਨੇ ਆਪ ਹੀ ਦੱਸਿਆ ਕਿ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ, ਪਰਸਨਲ ਲਾਈਫ ਜਾਂ ਪੋਲੀਟੀਕਲ ਲਾਈਫ ਸਾਰੀ ਖੁੱਲ੍ਹੀ ਹੈ। ਇਹਨੂੰ ਦੇਖ ਕੇ ਤੁਸੀਂ ਆਪਣਾ ਫੈਸਲਾ ਜ਼ਰੂਰ ਕਰੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। अलविदा दोस्तों। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।